अजे बहुत वड्डा हिस्सा किसान अंदोलन का अजिहा है ਜਿਹੜੇ इस गल के भरोसे नाल जुड़े हुए कि तिन्ने खेती कानून रद्द करवा के ही वापस जावांगे। पहले दिन तो ही इस सारे एजुकेशन ਨੂੰ ਡੀਫੇਮ ਕਰਨ ਦੀ ਮੋਦੀ ਸਰਕਾਰ ਹੋਵੇ ਚਾਹੇ ਭਾਜਪਾ ਹੋਵੇ ਜਾਂ ਇਹਦੇ ਥੋੜੇ ਬਹੁਤ ਹਮਦਰਦੀ ਰੱਖਣ ਵਾਲੇ ਲੋਕ ਇਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਕਰ ਰਹੇ ਆ। ਇਹ ਕੋਈ ਨਵੀਂ ਗੱਲ ਨਹੀਂ। ट्रैक्टर परेड ਨੂੰ ਲੀਡਰ ਸਾਹਿਬਾਨਾਂ ਨੂੰ ਜਿੱਥੇ ਦੀ ਝਾਕੀਆਂ ਪਰੇਡ ਦੀਆਂ ਕਿਸਾਨਾਂ ਦੀਆਂ ਲੰਘਣੀਆਂ ਸੀ ਉਸ ਨੂੰ ਰੂਟ ਨੂੰ ਤੇ ਬੰਦ ਕੀਤਾ ਜਾ ਰਿਹਾ ਸੀ, ਬਲੌਕ ਕੀਤਾ ਜਾ ਰਿਹਾ ਸੀ। ਔਰ ਜਿਹੜੇ ਬੰਦੇ ਜਾਣਾ ਚਾਹੁੰਦੇ ਸੀ ਲਾਲ ਕਿਲੇ ਜਾਂ ਦਿੱਲੀ ਵੱਲ ਜਾਂ ਆਈਟੀਓ ਵੱਲ ਉਹਨਾਂ ਨੂੰ ਐਨਕਰੇਜ ਕੀਤਾ ਜਾ ਰਿਹਾ ਸੀ। ਜੋਗਿੰਦਰ ਯਾਦਵ ਹਮਟ ਹੈਗੀ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਹਨੂੰ ਕਿਸੇ ਨਾ ਕਿਸੇ ਪੁੱਠੇ ਰਾਹ ਤੇ ਪਾਇਆ ਹੈ। ਔਰ ਅੱਜ ਤੁਸੀਂ ਇਹ ਦੇਖੋ ਬਦਕਿਸਮਤੀ ਸਾਡੀ ਇਹ ਹੈ ਕਿ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਨੇ ਉਹਨਾਂ ਨੂੰ ਗਾਈਡਲਾਈਨ ਜਿਹੜੀਆਂ ਜੋਗਿੰਦਰ ਯਾਦਵ ਦੀਆਂ ਨੇ। ਜਿਹੜੇ ਲੋਕ ਲਾਲ ਕਿਲੇ ਵੱਲ ਗਏ ਆ, ਜਿਹੜੇ ਕਿਸਾਨ ਲੀਡਰਾਂ ਦੀ ਇਹ ਗੱਲ ਕਰ ਰਹੇ ਆ, ਪੰਨੂ ਔਰ ਪੰਧੇਰ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦਾ ਹਿੱਸਾ ਨਹੀਂ ਆ। ਮੈਂ ਭੁੱਲਰ ਸਾਹਿਬ ਨੂੰ ਦੱਸਦਾ ਨੰਬਰ 1 ਥੋੜੇ ਜਿਹੇ ਬੰਦੇ ਸੀ। ਲਾਲ ਕਿਲੇ ਦੇ ਗੇਟ ਲੱਗੇ, ਲਾਲ ਕਿਲੇ ਦਾ ਗੇਟ ਵੀ ਨਹੀਂ ਕੋਈ ਟੁੱਟਾ ਹੋਇਆ ਨਜ਼ਰ ਆ ਰਿਹਾ, ਅੱਜ ਵੀ ਦਿਖਾਇਆ ਜਾ ਰਿਹਾ। ਉਹ ਕਿਵੇਂ ਉਹਦੇ ਅੰਦਰ ਦੀ ਨਿਕਲ ਗਏ? ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਆਪਣੇ ਵਲੰਟੀਅਰ ਖੜੇ ਕਰਨੇ ਚਾਹੀਦੇ ਸੀਗੇ, ਜਗ੍ਹਾ ਜਗ੍ਹਾ ਉਹਨਾਂ ਦਾ ਅਰੇਂਜਮੈਂਟ ਹੋਣਾ ਚਾਹੀਦਾ ਸੀਗਾ। ਲੇਕਿਨ ਜਦੋਂ ਤੁਸੀਂ ਇਹ ਡਿਕਲੇਅਰ ਕਰਕੇ ਉਸ ਬਾਅਦ ਘਰਾਂ ਜਾ ਕੇ ਸੌਂਗੇ ਜਾਂ ਟੈਂਟਾਂ ਜਾ ਕੇ ਸੌਂਗੇ ਤੇ ਸਵੇਰੇ ਉੱਠ ਕੇ ਜੋ ਹੋਇਆ ਉਹਦੇ ਮੰਦਭਾਗਾ ਹੈ ਹੀ। ਉਸ ਤੋਂ ਬਾਅਦ ਦੇ ਵਿੱਚ ਈਵਨ ਪਿਛਲੇ 2 ਮਹੀਨਿਆਂ 'ਚ ਦਿੱਲੀ 'ਚ ਹੋਣ ਦੇ ਬਾਵਜੂਦ ਦੀਪ ਸਿੱਧੂ ਨੂੰ ਇੱਕ ਵਾਰ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ। ਇਹਨਾਂ ਦੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ 1000 ਬੰਦਾ ਕਰੀਬ ਪਹਿਲਾਂ ਹੀ ਲਾਲ ਕਿਲੇ 'ਚ ਇਹੋ ਜਿਹਾ ਮੌਜੂਦ ਸੀਗਾ ਜਿਹੜੇ ਕਿ ਉਹਨਾਂ 'ਚ ਸ਼ਾਮਲ ਹੋ ਗਿਆ। ਹੱਦ ਹੋ ਗਈ ਆ। ਇਹ ਕੀ ਹੋ ਰਿਹਾ? ਨੈਸ਼ਨਲ ਪਰੇਡ ਤੋਂ 1 ਘੰਟੇ ਬਾਅਦ ਇਹ ਲੋਕਾਂ ਦੀ ਐਂਟਰੀ ਹੋਣਾ ਲਾਲ ਕਿਲੇ 'ਚ। ਔਰ ਲਾਲ ਕਿਲੇ 'ਚ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ, ਰਾਜੇਵਾਲ ਸਾਹਿਬ ਨੇ ਆਪਣੀ ਸਪੀਚ ਕਿਹਾ ਵੀ 1000 ਦੇ ਕਰੀਬ ਲੋਕ ਪਹਿਲਾਂ ਮੌਜੂਦ ਸੀ। ਔਰ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਲਾਲ ਕਿਲੇ ਵਰਗੀ ਜਗ੍ਹਾ 'ਚ ਹਾਈਲੀ ਸੈਂਸਿਟਿਵ ਤੇ ਸਿਕਿਉਰਿਟੀ ਜ਼ੋਨ 'ਚ ਵੜਨ ਦਿੱਤਾ ਗਿਆ, ਇਹ ਸਰਕਾਰ ਤੇ ਸਵਾਲ ਖੜੇ ਕਰਦੇ ਆ। ਇਹ ਪਾਰਸ਼ੈਲਿਟੀ ਹੈਗੀ ਆ। ਇੱਕ ਪਾਸਾ ਆ ਜਿਹੜਾ ਕੁਟਾਪਾ ਬਾਅਦ ਵਿੱਚ ਉਹਨਾਂ ਨੌਜਵਾਨਾਂ ਦਾ 200-300 ਬੰਦੇ ਉਹ ਕਾਫੀ ਜ਼ਿਆਦਾ ਹੋਇਆ, ਉਹਨਾਂ ਦੇ ਉੱਤੇ ਜੋ ਹੋਇਆ ਉਹ ਵੀ ਨਾਲੋਂ ਨਾਲ ਆਉਣਾ ਚਾਹੀਦਾ ਕਿਉਂਕਿ ਕਾਊਂਟਰ ਵਾਇਲੈਂਸ ਤੇ ਪੂਰੀ ਜਿਹੜੀ ਉਹਨਾਂ ਦੇ ਵੱਲੋਂ ਵੀ ਹੋਈ ਹੈ। ਵਿਰੋਧੀ ਮੀਡੀਆ ਔਰ ਬੀਜੇਪੀ ਦਾ ਆਈਟੀ ਸੈੱਲ ਪਹਿਲੇ ਦਿਨ ਤੋਂ ਹੀ ਜਿਹੜਾ ਵੀ ਕੋਈ ਨੈਗੇਟਿਵ ਪੱਖ ਹੈ ਉਹਨੂੰ ਉਜਾਗਰ ਕਰਦਾ ਹੈ, ਪੋਜ਼ਿਟਿਵ ਗੱਲ ਸਾਹਮਣੇ ਲੈ ਕੇ ਨਹੀਂ ਹੁੰਦਾ। ਸ਼ੰਭੂ ਮੋਰਚੇ ਤੋਂ ਕਿਸਾਨ ਦਿੱਲੀ ਵੱਲ ਨੂੰ ਜਾਂਦੇ ਆ, ਦੀਪ ਸਿੱਧੂ ਕਿਸੇ ਵੀ ਕਾਫਲੇ 'ਚ ਕਿਤੇ ਦਿਖਦਾ ਨਹੀਂ ਹੈ। ਲੇਕਿਨ ਦਿੱਲੀ 'ਚ ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਐਂਟਰੀ ਹੋ ਜਾਂਦੀ ਆ। ਇਹਦੀਆਂ ਵੀਡੀਓ ਜਿਸ ਤਰੀਕੇ ਨਾਲ ਆਉਣੀਆਂ, ਕਿਸ ਤਰੀਕੇ ਨਾਲ ਪੁਲਿਸ ਨੇ ਜਾਣ ਬੁੱਝ ਕੇ ਕਿਸਾਨਾਂ ਦਾ ਰੂਟ ਡਾਇਵਰਟ ਕੀਤਾ, ਕਿਸ ਤਰੀਕੇ ਨਾਲ ਭਾਜਪਾ ਦੇ ਗੁੰਡਿਆਂ ਨੂੰ ਇਸ ਐਜੀਟੇਸ਼ਨ 'ਚ ਕਿਸਾਨਾਂ ਦਾ ਰੂਪ ਦੇ ਕੇ ਤੋੜ ਭੰਨ ਕੀਤੀ ਗਈ, ਇਹ ਸਾਰੀਆਂ ਗੱਲਾਂ ਤੇ ਆਉਣ ਵਾਲੇ ਟਾਈਮ ਸਾਹਮਣੇ ਆ ਹੀ ਜਾਣੀਆਂ। ਜਿਹੜਾ ਆਫੀਸ਼ੀਅਲੀ ਰੂਟ ਕਿਸਾਨ ਲੀਡਰਾਂ ਨੂੰ ਕਿਸਾਨਾਂ ਨੂੰ ਦਿੱਤਾ ਗਿਆ ਸੀ ਉਹਦੇ ਤੋਂ ਡਾਇਵਰਟ ਵੀ ਦਿੱਲੀ ਦੀ ਪੁਲਿਸ ਨੇ ਕਰਾਇਆ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਸਿੰਘੂ ਬਾਰਡਰ ਦੀ ਸਟੇਜ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਕੀ 26 ਜਨਵਰੀ ਗਣਤੰਤਰ ਦਿਵਸ ਤੇ ਜਿਹੜੀ ਕਿਸਾਨ ਪਰੇਡ ਹੋਈ ਹੈ ਉਸ ਨੂੰ ਮੋਦੀ ਸਰਕਾਰ ਵੱਲੋਂ ਸਾਬੋਤਾਜ ਕਰਨ ਦੀ ਪੂਰੀ ਇੱਕ ਸਾਜ਼ਿਸ਼ ਰਚੀ ਗਈ ਸੀ। ਇਹੋ ਜਿਹਾ ਇੱਕ ਵੱਡਾ ਸਵਾਲ ਕਿਸਾਨ ਅੰਦੋਲਨ ਦੇ ਹਮਾਇਤੀਆਂ ਤੇ ਸ਼ੁਭ ਚਿੰਤਕਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਿ ਕੀ ਹੁਣ ਵੀ ਜਿਹੜਾ ਇਹ ਅੰਦੋਲਨ ਹੈ ਪੂਰੇ ਹੌਸਲੇ ਨਾਲ ਬੁਲੰਦ ਸਥਿਤੀ 'ਚ ਰਹੇਗਾ ਚਾਲੂ। ਇਸ ਦੇ ਜਵਾਬ 'ਚ ਸਿੰਘੂ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਅੰਦੋਲਨ ਤਾਂ ਚਾਲੂ ਰਹੇਗਾ ਹੀ, ਅਸੀਂ ਪੂਰੇ ਹੌਸਲੇ 'ਚ ਤੇ ਜਿੱਤ ਕੇ ਹੀ ਘਰਾਂ ਨੂੰ ਵਾਪਸ ਮੁੜਾਂਗੇ। ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਪੁਲਿਸ ਨੇ ਆਪਣੇ ਤੌਰ ਤੇ ਕਿਸਾਨ ਆਗੂਆਂ ਨੂੰ ਕਾਬੂ ਕਰਨ ਲਈ ਰੱਸੇ ਪੈੜੇ ਵੱਟਣੇ ਸ਼ੁਰੂ ਕਰ ਦਿੱਤੇ, FIR ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਸਾਰੀਆਂ परिस्थितियां 'ਚ अजे बहुत वड्डा हिस्सा किसान अंदोलन का अजिहा है ਜਿਹੜੇ इस गल के भरोसे नाल जुड़े हुए कि तिन्ने खेती कानून रद्द करवा के ही वापस जावांगे। इहो जिहे इतराज चढ़ा अंदोलन आउंदे रहिंदे आ।
ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਜਿਹੜੇ ਚਰਚਾ 'ਚ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਬਲਵਿੰਦਰ ਸਿੰਘ ਕੰਗ ਜਿਹੜੇ ਕਿ ਕਿਸਾਨ ਅੰਦੋਲਨ 'ਚ ਟਿਕਰੀ ਬਾਰਡਰ ਤੋਂ ਰਾਤੀ ਚੰਡੀਗੜ੍ਹ ਵਾਪਸ ਪਰਤੇ ਹੈ। ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਲਗਾਤਾਰ ਕਿਸਾਨੀ ਸੰਘਰਸ਼ ਦੇ ਨਾਲ ਅੰਦੋਲਨ ਦੇ ਨਾਲ ਜੁੜਿਆ ਹੋਇਆ ਇੱਕ ਚਿਹਰਾ ਹੈ। ਹਰਜੀਤ ਭੁੱਲਰ ਆਰਐਸਐਸ ਦੇ ਜਿਹੜੇ ਭਾਰਤੀ ਕਿਸਾਨ ਸੰਘ ਹੈ ਉਸ ਦੇ ਸੀਨੀਅਰ ਆਗੂ ਹੈ। ਤਿੰਨਾਂ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਕੰਗ ਜੀ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ। ਹਾਂਜੀ, ਸਿੰਘੂ ਬਾਰਡਰ ਤੇ ਜਿਹੜੇ ਸਵਾਲ ਉੱਠ ਰਹੇ ਹੈ ਕਿ ਕੀ ਜਿਹੜਾ ਟਰੈਕਟਰ ਪਲੇਟ ਜਿਹੜੀ 26 ਆਪਾਂ ਜਨਵਰੀ ਗਣਤੰਤਰ ਦਿਵਸ ਦੀ ਜਦੋਂ ਗੱਲ ਕਰਦੇ ਹਾਂ ਉਸ ਨੂੰ ਮੋਦੀ ਸਰਕਾਰ ਵੱਲੋਂ ਸਾਬੋਤਾਜ ਕਰਨ ਦੇ ਲਈ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ। ਤੁਸੀਂ ਉਸ ਟਰੈਕਟਰ ਪਲੇਟ ਤੋਂ ਵਾਪਸ ਵੀ ਆਏ ਹੋ ਤੇ ਨਜ਼ਦੀਕ ਤੌਰ ਤੇ ਜੁੜੇ ਵੀ ਹੋ ਸਾਰੇ ਅੰਦੋਲਨ ਨਾਲ। ਕਿਵੇਂ ਦੇਖਦੇ ਹੋ ਇਸ ਵੱਡੇ ਸਵਾਲ ਨੂੰ? ਦੇਖੋ ਸਿੱਧੂ ਸਾਹਿਬ, ਜਿੱਥੋਂ ਤੱਕ ਮੋਦੀ ਸਰਕਾਰ ਦਾ ਸਵਾਲ ਹੈ, ਮੋਦੀ ਸਰਕਾਰ ਦੇ ਮੋਦੀ ਸਰਕਾਰ ਪਹਿਲੇ ਦਿਨ ਤੋਂ ਹੀ ਇਸ ਸਾਰੇ ਐਜੀਟੇਸ਼ਨ ਨੂੰ ਡੀਫੇਮ ਕਰਨ ਦੀ, ਮੋਦੀ ਸਰਕਾਰ ਹੋਵੇ ਚਾਹੇ ਭਾਜਪਾ ਹੋਵੇ ਜਾਂ ਇਹਦੇ ਥੋੜੇ ਬਹੁਤ ਹਮਦਰਦੀ ਰੱਖਣ ਵਾਲੇ ਲੋਕ ਹੈ, ਇਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਕਰ ਰਹੇ ਆ। ਇਹ ਕੋਈ ਨਵੀਂ ਗੱਲ ਨਹੀਂ, ਲੇਕਿਨ ਜਿਸ ਤਰੀਕੇ ਦਾ ਹੁੰਗਾਰਾ, ਜਿਸ ਤਰੀਕੇ ਦਾ ਲੋਕਾਂ 'ਚ ਇਹਦੇ 'ਚ ਪਾਰਟਿਸਿਪੇਸ਼ਨ ਔਰ ਜਿਸ ਇਤਿਹਾਸਿਕ ਟਰੈਕਟਰ ਰੈਲੀ ਦੀ ਸਾਰਿਆਂ ਨੂੰ ਉਮੀਦ ਸੀ ਔਰ ਹੋਈ ਵੀ, ਉਸ ਤੋਂ ਉਹਦੇ ਤੋਂ ਘਬਰਾ ਕੇ ਜਿਹੜੇ ਰੂਟ ਸਰਕਾਰ ਵੱਲੋਂ ਅਲਾਟ ਕੀਤੇ ਗਏ ਸੀ, ਕਿਉਂਕਿ ਇਹਦੀਆਂ ਕਈ ਕੜੀਆਂ ਆਉਣ ਵਾਲੇ ਟਾਈਮ 'ਚ ਉਜਾਗਰ ਹੋਣੀਆਂ, ਹਜੇ ਇਹਦੀਆਂ ਵੀਡੀਓ ਜਿਸ ਤਰੀਕੇ ਨਾਲ ਆਉਣੀਆਂ, ਕਿਸ ਤਰੀਕੇ ਨਾਲ ਪੁਲਿਸ ਨੇ ਜਾਣ ਬੁੱਝ ਕੇ ਕਿਸਾਨਾਂ ਦਾ ਰੂਟ ਡਾਇਵਰਟ ਕੀਤਾ, ਕਿਸ ਤਰੀਕੇ ਨਾਲ ਭਾਜਪਾ ਦੇ ਗੁੰਡਿਆਂ ਨੂੰ ਇਸ ਐਜੀਟੇਸ਼ਨ 'ਚ ਕਿਸਾਨਾਂ ਦਾ ਰੂਪ ਦੇ ਕੇ ਤੋੜ ਭੰਨ ਕੀਤੀ ਗਈ, ਇਹ ਸਾਰੀਆਂ ਗੱਲਾਂ ਤੇ ਆਉਣ ਵਾਲੇ ਟਾਈਮ ਸਾਹਮਣੇ ਆ ਹੀ ਜਾਣੀਆਂ। ਲੇਕਿਨ ਇਹਦੇ 'ਚ ਕੋਈ ਦੋ ਰਾਏ ਨਹੀਂ, ਜਿਹੜੇ ਅੱਜ ਰਾਜੇਵਾਲ ਸਾਹਿਬ ਨੇ ਸਟੇਜ ਤੋਂ ਗੱਲ ਕਹੀ ਆ ਵੀ ਜਿਹੜਾ ਆਫੀਸ਼ੀਅਲੀ ਰੂਟ ਕਿਸਾਨ ਲੀਡਰਾਂ ਨੂੰ, ਕਿਸਾਨਾਂ ਨੂੰ ਦਿੱਤਾ ਗਿਆ ਸੀ, ਉਹਦੇ ਤੋਂ ਡਾਇਵਰਟ ਵੀ ਦਿੱਲੀ ਦੀ ਪੁਲਿਸ ਨੇ ਕਰਾਇਆ ਹੈ। ਔਰ ਦਿੱਲੀ ਦੀ ਪੁਲਿਸ ਦੀ ਮਨਸ਼ਾ, ਇਹਦੇ ਪਿੱਛੇ ਭਾਰਤ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹ ਇਹ ਸੀ, ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇਤਿਹਾਸਿਕ ਪਰੇਡ ਦੀ ਖਬਰ ਜਿਹੜੀ ਆ ਉਹ ਦੁਨੀਆ ਦੇ ਮੀਡੀਆ 'ਚ ਇੱਕ ਨੈਗੇਟਿਵਿਟੀ ਦੇ ਤੌਰ ਤੇ ਉੱਭਰੇ। ਇਸ ਕਰਕੇ ਉਹਨਾਂ ਨੇ ਪੂਰਾ ਹੀ ਜ਼ੋਰ ਲਗਾਤਾ ਕੱਲ। ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ, ਕਿਸਾਨਾਂ ਦਾ ਜਿਹੜਾ ਹੜ੍ਹ ਆਇਆ ਉਹ ਤੇ ਆਪਣੇ ਆਪ 'ਚ ਏਡਾ ਇਤਿਹਾਸਿਕ ਸੀ। ਅਸੀਂ ਖੁਦ ਵੀ ਕੱਲ ਤਕਰੀਬਨ 50 ਕਿਲੋਮੀਟਰ ਸਮਝ ਲਓ ਤੁਸੀਂ, ਪਾਣੀਪਤ ਤੋਂ ਲੈ ਕੇ ਸਿੰਘੂ ਬਾਰਡਰ ਦੀ ਸਟੇਜ ਤੱਕ ਪੈਦਲ ਹੀ ਗਏ ਆਲਮੋਸਟ, ਔਰ ਪੈਦਲ ਹੀ ਆਏ ਆ। ਸੋ ਇਹ ਕਿਸਾਨਾਂ ਵੱਲੋਂ ਜਿਸ ਤਰੀਕੇ ਦੀ ਪਾਰਟਿਸਿਪੇਸ਼ਨ ਕੀਤੀ ਗਈ ਆ, ਉਹਦੇ 'ਚ ਯੂਪੀ ਦੇ ਕਿਸਾਨ, ਕਿਉਂਕਿ ਪਰਸੋਂ ਮੈਂ ਬਾਗਪਤ ਵੀ ਸੀਗਾ ਸ਼ਾਮ ਨੂੰ, ਉਸ ਦਿਨ ਬਾਗਪਤ 'ਚ ਵੀ ਕਿਸਾਨਾਂ ਦੇ ਟਰੈਕਟਰ ਲਗਾਤਾਰ ਸੜਕਾਂ ਤੇ ਦਿੱਲੀ ਵੱਲ ਨੂੰ ਜਾ ਰਹੇ ਸੀ, ਔਰ ਇਹ ਸਾਰੀਆਂ 'ਚ ਪਾਰਟਿਸਿਪੇਸ਼ਨ ਤੇ ਇਤਿਹਾਸਿਕ ਹੀ ਰਹੀ ਆ। ਲੇਕਿਨ ਮੋਦੀ ਸਰਕਾਰ ਦੀ ਕੋਸ਼ਿਸ਼ ਤੇ ਰਹੀ ਹੈ ਇਹਨੂੰ ਡੀਫੇਮ ਕਰਨ ਦੀ, ਔਰ ਉਹਦੇ 'ਚ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਬੰਦੇ ਵਾੜ ਕੇ ਦਿੱਲੀ ਪੁਲਿਸ ਦਾ ਸਹਾਰਾ ਲੈ ਕੇ ਕੋਸ਼ਿਸ਼ ਵੀ ਕੀਤੀ ਹੈ। ਜੀ, ਥੈਂਕ ਯੂ ਕੰਗ ਸਾਹਿਬ। ਮੈਂ ਮੁੜ ਕੇ ਆਉਣਾ ਇਹਨਾਂ ਨਾਲ ਹੀ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਇਸੇ ਸਵਾਲ ਦੇ ਉੱਤੇ ਜਿਹੜਾ ਬਹੁਤ ਵੱਡਾ ਸਵਾਲ ਜਿਹੜਾ ਕੇਂਦਰ ਸਰਕਾਰ ਤੇ ਉੱਠ ਰਿਹਾ ਕਿ ਜੋ ਕੁਝ ਕੱਲ ਵਾਪਰਿਆ, ਐਡਾ ਵੱਡਾ ਅੰਦੋਲਨ ਜਿਹਦੀ ਜ਼ਿਕਰ ਕਰ ਰਹੇ, ਜਿਸ ਦਾ ਕੰਗ ਜੀ ਕਿ 50 ਕਿਲੋਮੀਟਰ ਤੱਕ ਉਹ ਪੈਦਲ ਤੁਰ ਕੇ ਗਏ ਤੇ ਤੁਰ ਕੇ ਆਏ, ਉਹ ਦਿਖਾਉਣ ਦੀ ਜਾਂ ਉਹ ਵਰਤਾਰਾ ਦੇਖਣ ਦੀ ਬਜਾਏ ਜਿਹੜਾਗਾ ਇੱਕੋ ਇਸ਼ੂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਕਿਸਾਨ ਅੰਦੋਲਨ ਜਿਹੜਾ ਹੈਗਾ ਉਹਨੂੰ ਡੀਫੇਮ ਕੀਤਾ ਜਾ ਸਕੇ। ਇਹ ਗੱਲ ਸਿੰਘੂ ਬਾਰਡਰ ਦੀ ਸਟੇਜ ਤੋਂ ਅੱਜ ਕਿਸਾਨ ਆਗੂਆਂ ਨੇ ਖੁੱਲੇ ਤੌਰ ਤੇ ਜਿਹੜੀ ਹੈਗੀ ਕਹੀ ਹੈ। ਜੀ ਪ੍ਰੋਫੈਸਰ, ਇਹਦੇ 'ਚ ਕਾਫੀ ਹੱਦ ਤੱਕ ਸਿੱਧੂ ਸਾਹਿਬ ਸੱਚਾਈ ਹੈਗੀ ਆ। ਮੈਂ ਵੀ ਰਾਜੇਵਾਲ ਦੀ ਸਾਰੀ ਸਪੀਚ ਨੂੰ ਸੁਣਿਆ। ਉਹ ਇੱਕ ਸੀਨੀਅਰ ਤੇ ਸੀਰੀਅਸ ਲੀਡਰ ਮੰਨੇ ਜਾਂਦੇ ਆ। ਜ਼ਿਆਦਾਤਰ ਮਤਲਬ ਜਿਸ ਤਰ੍ਹਾਂ ਕੋਈ ਕੰਟਰੋਵਰਸੀ ਉਹਨਾਂ ਬਾਰੇ ਉਸ ਕਿਸਮ ਦੀ ਨਹੀਂ ਹੈ, ਇਸ ਕਰਕੇ ਭਰੋਸਾ ਵੀ ਹੁੰਦਾ ਆ। ਪਰ ਉਹਨਾਂ ਦੋ ਤਿੰਨ ਗੱਲਾਂ ਬੜੀਆਂ ਹੈਰਾਨੀਜਨਕ ਦੱਸੀਆਂ। ਇੱਕ ਤੇ ਇਹ ਕਿ ਜਿਹੜਾ ਉਹਨਾਂ ਨੂੰ ਟਰੈਕਟਰ ਪਰੇਡ ਨੂੰ, ਲੀਡਰ ਸਾਹਿਬਾਨਾਂ ਨੂੰ ਜਿੱਥੇ ਦੀ ਝਾਕੀਆਂ ਪਰੇਡ ਦੀਆਂ ਕਿਸਾਨਾਂ ਦੀਆਂ ਲੰਘਣੀਆਂ ਸੀ, ਉਸ ਨੂੰ ਰੂਟ ਨੂੰ ਤੇ ਬੰਦ ਕੀਤਾ ਜਾ ਰਿਹਾ ਸੀ, ਬਲੌਕ ਕੀਤਾ ਜਾ ਰਿਹਾ ਸੀ। ਔਰ ਜਿਹੜੇ ਬੰਦੇ ਜਾਣਾ ਚਾਹੁੰਦੇ ਸੀ ਲਾਲ ਕਿਲੇ ਜਾਂ ਦਿੱਲੀ ਵੱਲ ਜਾਂ ITO ਵੱਲ, ਉਹਨਾਂ ਨੂੰ ਐਨਕਰੇਜ ਕੀਤਾ ਜਾ ਰਿਹਾ ਸੀ। ਇੱਕ ਉਹਨਾਂ ਨੇ ਸਨਸਨੀਖੇਜ਼ ਹੋਰ ਗੱਲ ਦੱਸੀ ਆ, ਹੁਣ ਇਹ ਪਤਾ ਨਹੀਂ ਸਬਜੈਕਟ ਟੂ ਵੈਰੀਫਿਕੇਸ਼ਨ ਆਉਣ ਵਾਲੇ ਸਮੇਂ 'ਚ ਕਿਵੇਂ ਹੁੰਦੀ ਹੈ, ਕਿ ਇੱਕ ਦਿਨ ਪਹਿਲਾਂ ਰਾਤ ਨੂੰ 10 ਵਜੇ
ਉਹਨਾਂ ਨੇ ਬਕਾਇਦਾ ਨਾਂ ਲੈ ਕੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨਾਂ ਦੇ ਲੀਡਰਾਂ ਵੱਲ, ਜਿਹੜੇ ਮੁੱਖ ਲੀਡਰ ਆ ਉਹਨਾਂ ਦੇ ਘਰ 'ਚ ਜਾਂ ਉੱਥੇ ਅੱਡੇ ਤੇ ਆਏ ਆ, ਉਹਨਾਂ ਨੂੰ ਮਿਲੇ ਆ ਰਾਤ ਨੂੰ 10 ਵਜੇ ਤੇ ਅਗਲੇ ਦਿਨ ਉਹਨਾਂ ਨੂੰ 7:30 8 ਵਜੇ ਹੀ ਉੱਥੋਂ ਟਰੈਕਟਰ ਭਜਾ ਕੇ ਅੱਗੇ ਲਿਜਾਣ ਦਾ ਇੱਕ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਉਹ ਲੈ ਕੇ ਗਏ ਆ। ਹੁਣ ਉਹ ਇਸ ਗੱਲ ਨੂੰ ਦੋਵਾਂ ਨੂੰ ਜੋੜ ਕੇ ਕਹਿ ਰਹੇ ਆ ਕਿ ਇਹਦਾ ਮਤਲਬ ਇਹ ਹੈ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਉਧਰ ਨੂੰ ਟਰੈਕਟਰ ਲਿਜਾਏ ਗਏ ਆ, ਨਾ ਕਿ ਸਾਡੇ ਕਿਸਾਨਾਂ ਵੱਲੋਂ ਕਿਸੇ ਕਿਸਮ ਦਾ ਵੀ ਨਾ ਤੇ ਇਹੋ ਜਿਹੀ ਕੋਈ ਇਨਕਰੇਜਮੈਂਟ, ਨਾ ਅਪਰੂਵਲ, ਨਾ ਅਸੀਂ ਕਿਸੇ ਕਿਸਮ ਦੀ ਵੀ ਸ਼ਾਂਤੀ ਨੂੰ ਭੰਗ ਕਰਨਾ ਜਾਂ ਲਾਲ ਕਿਲੇ ਵੱਲ ਜਾਣਾ। ਇਹ ਤਾਂ ਸਵਾਲ ਹੀ ਨਹੀਂ। ਉਹ ਕਹਿੰਦੇ ਕਿ ਅਸੀਂ ਪਹਿਲਾਂ ਵੀ ਆਪਣੇ ਭਾਸ਼ਣਾਂ 'ਚ ਬਿਲਕੁਲ ਸਾਫ਼ ਕਰ ਚੁੱਕੇ ਸੀਗੇ। ਦੂਸਰੀ ਗੱਲ ਉਹਨਾਂ ਨੇ ਬੜੀ ਸਨਸਨੀਖੇਜ਼ ਇਹ ਗੱਲ ਦੱਸੀ ਹੈਗੀ ਕਿ ਦੀਪ ਸਿੱਧੂ ਦਾ ਤੇ ਚਲੋ ਪਹਿਲਾਂ ਤੋਂ ਕੰਟਰੋਵਰਸੀ ਜੋ ਉਹਨਾਂ ਨੇ ਆਪਣੇ ਤੌਰ ਤੇ ਕਿਹਾ ਉਹ ਸਾਰਾ ਹੋ ਗਿਆ, ਉਹ ਤੇ ਸਾਰਿਆਂ 'ਚ ਜਗ ਜ਼ਾਹਰ ਹੋ ਗਿਆ। ਹੁਣ ਤੇ ਇੱਥੋਂ ਤੱਕ ਆ ਕਿ ਜਿਹੜੇ ਗੁਰਦਾਸਪੁਰ ਦੇ MP ਹੈਗੇ ਆ ਉਹਨਾਂ ਨੇ ਖੁਦ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਦੀਪ ਸਿੱਧੂ ਨੂੰ, ਜਿਹੜਾ ਕਿ ਕਦੀ ਉਹ ਉਹਨਾਂ ਦੇ ਨਾਲ ਸੀਗੇ। ਇਹ ਤੇ ਇੱਕ ਅਲੱਗ ਗੱਲ ਹੈਗੀ। ਉਹਦੇ ਨਾਲੋਂ ਇਲਾਵਾ ਜਿਹੜੀ ਹੋਰ ਸਨਸਨੀਖੇਜ਼ ਮੈਨੂੰ ਗੱਲ ਲੱਗੀ ਕਿ ਥੋੜੇ ਜਿਹੇ ਬੰਦੇ ਸੀ, ਲਾਲ ਕਿਲੇ ਦੇ ਗੇਟ ਲੱਗੇ, ਲਾਲ ਕਿਲੇ ਦਾ ਗੇਟ ਵੀ ਨਹੀਂ ਕੋਈ ਟੁੱਟਾ ਹੋਇਆ ਨਜ਼ਰ ਆ ਰਿਹਾ, ਅੱਜ ਵੀ ਦਿਖਾਇਆ ਜਾ ਰਿਹਾ, ਉਹ ਕਿਵੇਂ ਉਹਦੇ ਅੰਦਰ ਦੀ ਨਿਕਲ ਗਏ? ਅੰਦਰ ਜਗ੍ਹਾ ਜਗ੍ਹਾ ਵਾਇਲੈਂਸ ਕੀਤੀ ਦਿਖਾਈ ਗਈ ਆ, ਝੰਡਾ ਝੁਲਦਾ ਰਿਹਾ, ਝੰਡਾ ਕਿੰਨੇ ਘੰਟੇ ਲੱਗੇ ਰਹੇ ਬੱਚੇ ਉੱਥੇ। ਉਹ ਤਾਂ ਪੁਲਿਸ ਉੱਥੇ ਐਵੇਂ ਖੜੀ ਸੀ ਜਿਵੇਂ ਤਾੜੀਆਂ ਮਾਰਨੀਆਂ ਹੋਣ ਸਵਾਗਤ ਕਰਨ ਲਈ। ਕੋਈ ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ, ਕੋਈ ਕੁਛ ਨਹੀਂ। ਇਹ ਕੀ ਇੰਤਜ਼ਾਮ ਸੀਗਾ? ਕਿਸ ਕਿਸਮ ਦੀ ਇਹ ਸਾਰੀ ਸੀਗੀ? ਔਰ ਲਾਸਟ ਗੱਲ ਇਹ ਜਿਹੜੀ ਸਿੱਧੂ ਸਾਹਿਬ ਉਹਨਾਂ ਨੇ ਇਹ ਕਹੀ ਕਿ ਇਹਨਾਂ ਦੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ 1000 ਬੰਦਾ ਕਰੀਬ ਪਹਿਲਾਂ ਹੀ ਲਾਲ ਕਿਲੇ 'ਚ ਇਹੋ ਜਿਹਾ ਮੌਜੂਦ ਸੀਗਾ ਜਿਹੜੇ ਕਿ ਉਹਨਾਂ 'ਚ ਸ਼ਾਮਲ ਹੋ ਗਿਆ। ਹੱਦ ਹੋ ਗਈ ਆ। ਇਹ ਕੀ ਹੋ ਰਿਹਾ? ਇਹਦਾ ਆਉਣ ਵਾਲੇ ਸਮੇਂ 'ਚ ਪੂਰੀ ਤਹਿਕੀਕਾਤ ਹੋਣੀ ਚਾਹੀਦੀ ਹੈ। ਇਹ ਤੇ ਬਹੁਤ ਹੀ ਇੱਕ ਤਾਰਪੀਡੋ ਕਰਨ ਵਾਲੀ ਸਰਕਾਰ ਵੱਲੋਂ ਅਫੀਸ਼ੀਅਲ ਲੈਵਲ ਤੇ ਵੱਡੀ ਸਾਜ਼ਿਸ਼ ਦਾ ਇੱਕ ਹਿੱਸਾ ਲੱਗ ਰਿਹਾ ਜੀ। ਵੈਸੇ ਇੱਕ ਸਵਾਲ ਮੈਂ ਇਹਦੇ ਤੇ ਹੋਰ ਲੈਣਾ ਚਾਹਾਂਗਾ। ਪੁਲਿਸ ਵੱਲੋਂ ਜਿਸ ਤਰ੍ਹਾਂ ਦੀਆਂ ਲਗਾਤਾਰ ਵੀਡੀਓਜ਼ ਜਿਹੜੀਆਂ ਹੈਗੀਆਂ ਜਾਰੀ ਕੀਤੀਆਂ ਜਾ ਰਹੀਆਂ, ਕੋਈ ਚੈਨਲ ਵੱਲੋਂ ਦਿਖਾਇਆ ਜਾ ਰਿਹਾ ਕਿ ਦੇਖੋ ਜੀ ਏਦਾਂ ਦੀ ਭੰਨ ਤੋੜ ਤੇ ਹੋਰ, ਪਰ ਕੁਝ ਜਿਹੜੇ ਹੈਗੇ ਆ ਚੈਨਲ ਏਦਾਂ ਦਾ ਪੱਖ ਵੀ ਪੇਸ਼ ਕਰ ਰਿਹਾ ਹੈ ਕਿ ਉੱਥੇ ਬੜੀ ਬੇਕਿਰਕੀ ਦੇ ਨਾਲ ਕਈ ਬੇਕਸੂਰ ਲੋਕਾਂ ਨੂੰ, ਇਸ ਤਰ੍ਹਾਂ ਹੀ ਕਈ ਨੌਜਵਾਨਾਂ ਨੂੰ, ਕੋਈ ਪਗੜੀਧਾਰੀ ਸਿੱਖਾਂ ਨੂੰ ਛੱਲੀਆਂ ਦੀ ਤਰ੍ਹਾਂ ਕਟਾਪਾ ਚਾੜਿਆ ਗਿਆ, ਜਿਹੜਾ ਕਿ ਗੈਰ ਮਾਨਵੀ ਵਤੀਰਾ ਸੀ। ਜੇ ਉੱਥੇ ਕਿਸੇ ਨੇ ਹਿੰਸਾ ਕਰੀ ਹੋਏਗੀ ਤਾਂ ਹਿੰਸਾ ਨੂੰ ਤਾਂ ਕੋਈ ਸ਼ਹਿ ਨਹੀਂ ਦੇਵੇਗਾ, ਪਰ ਇਸ ਐਂਗਲ ਨੂੰ ਕੋਈ ਨਹੀਂ ਦਿਖਾ ਰਿਹਾ ਕਿ ਵੀ ਜਿਹੜੇ ਕਟਾਪਾ ਹੋਇਆ ਹੈ, ਗੈਰ ਮਾਨਵੀ ਵਤੀਰਾ ਅਪਣਾਇਆ ਗਿਆ, ਇਸ ਦੀ ਵੀ ਤਾਂ ਨਿੰਦਾ ਹੋਣੀ ਚਾਹੀਦੀ ਹੈ। ਬਿਲਕੁਲ। ਜਿਹੜਾ ਪਹਿਲਾ ਹਿੱਸਾ ਆ ਉਹਦੇ 'ਚ ਇੰਝ ਦਿਖਾਇਆ ਗਿਆ ਤੇ ਇੱਕੋ ਹੀ ਹਿੱਸਾ ਜਿਹੜਾ ਨੈਸ਼ਨਲ ਮੀਡੀਆ, ਜਿਹੜਾ ਮੇਨ ਸਟ੍ਰੀਮ ਨੈਸ਼ਨਲ ਮੀਡੀਆ, ਜਿਹਨੂੰ ਆਮ ਕਰਕੇ ਅਸੀਂ ਗੋਦੀ ਮੀਡੀਆ ਕਹਿੰਦੇ ਆ, ਉਹਨਾਂ ਨੇ ਜਿਹੜਾ ਦਿਖਾ ਰਹੇ ਉਹ ਤੇ ਜਿਹੜੀ ਭੰਨ ਤੋੜ ਹੋਈ, ਇੱਥੇ ਐ ਹੋ ਗਿਆ, ਪੁਲਿਸ ਵਾਲਿਆਂ ਨਾਲ ਧੱਕਾ ਹੋਇਆ, ਪੁਲਿਸ ਵਾਲਿਆਂ ਤੇ ਰੇਲਿੰਗ ਡਿੱਗੀ, ਲੇਡੀਜ਼ ਦਾ ਹੋਰ ਦਾ ਸਾਰਿਆਂ ਦੀ ਇੰਟਰਵਿਊ ਦਿਖਾ ਰਹੇ ਆ। ਪਰ ਇਹ ਤੁਹਾਡੀ ਗੱਲ ਠੀਕ ਹੈ, ਇਹ ਪਾਰਸ਼ੈਲਿਟੀ ਹੈਗੀ ਆ, ਇੱਕ ਪਾਸਾ ਆ। ਜਿਹੜਾ ਕੁਟਾਪਾ ਬਾਅਦ ਵਿੱਚ ਉਹਨਾਂ ਨੌਜਵਾਨਾਂ ਦਾ 200-300 ਬੰਦੇ ਉਹ ਕਾਫੀ ਜ਼ਿਆਦਾ ਹੋਇਆ, ਉਹਨਾਂ ਦੇ ਉੱਤੇ ਜੋ ਹੋਇਆ ਉਹ ਵੀ ਨਾਲੋਂ ਨਾਲ ਆਉਣਾ ਚਾਹੀਦਾ, ਕਿਉਂਕਿ ਕਾਊਂਟਰ ਵਾਇਲੈਂਸ ਤੇ ਪੂਰੀ ਜਿਹੜੀ ਉਹਨਾਂ ਦੇ ਵੱਲੋਂ ਵੀ ਹੋਈ ਹੈ। ਪਰ ਹੁਣ ਸਵਾਲ ਇਹ ਸਾਰਾ ਜਿਹੜਾ ਸਭ ਤੋਂ ਅਹਿਮ ਮੁੱਦਾ ਆ ਕਿ ਕੀ ਇਹ ਮੂਵਮੈਂਟ ਐਡੀ ਜ਼ਿਆਦਾ ਵਿਸ਼ਾਲ ਤੇ ਪ੍ਰਬਲ ਹੋ ਚੁੱਕੀ ਸੀ ਜਿਸ ਨੂੰ ਰੋਕਣ ਲਈ ਹੋਰ ਕੋਈ ਤਰੀਕਾ ਜਾਂ ਜਿਸ ਨੂੰ ਟਾਰਪੀਡੋ ਕਰਨ ਲਈ ਹੋਰ ਕੋਈ ਹੱਥ ਕੰਡਾ ਨਹੀਂ ਸੀ ਬਚਿਆ। ਇੱਕੋ ਇੱਕ ਇਹ ਸੀਗਾ ਕਿ ਲਾਲ ਕਿਲੇ ਵੱਲ ਡਾਈਵਰਟ ਕਰਕੇ ਉੱਥੇ ਝੰਡੇ ਦਾ ਰੌਲਾ ਪਵਾਤਾ ਜਾਏ ਤਾਂ ਕਿ ਇਹ ਮੂਵਮੈਂਟ ਆਮ ਲੋਕਾਂ ਨਾਲੋਂ ਅਲੱਗ ਥਲੱਗ ਪੈ ਜੇ। ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਆ। ਪਰ ਮੈਂ ਤੁਹਾਨੂੰ ਇੱਥੇ ਨਾਲ ਸਾਫ਼ ਕਹਿ ਦਿੰਦਾ ਸਿੱਧੂ ਸਾਹਿਬ, ਇਹ ਮੂਵਮੈਂਟ ਕਿਸੇ ਹਾਲਤ ਵਿੱਚ ਵੀ ਨਾ ਕਮਜ਼ੋਰ ਹੋਣ ਵਾਲੀ ਹੈ, ਨਾ ਕਿਸੇ ਵੀ ਇਹ ਹਾਲਤ ਵਿੱਚ ਇਸ ਨੂੰ ਮਿਸਗਾਈਡ ਕੀਤਾ ਜਾ ਸਕਦਾ। ਇਸ ਮੁੱਦੇ ਤੇ ਮੈਂ ਆਣਾ ਪ੍ਰਸਾਦ ਜੀ, ਇਸ ਮੁੱਦੇ ਤੇ ਆਪਾਂ ਆਨੇ ਆ। ਭੁੱਲਰ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਭੁੱਲਰ ਸਾਹਿਬ, ਆਪਾਂ ਗਣਤੰਤਰ ਦਿਵਸ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਮੁੱਦਾ ਆਪਾਂ ਲੈ ਰਹੇ ਆ ਕਿਸਾਨ ਟਰੈਕਟਰ ਪਰੇਡ ਦਾ। ਜੋ ਕੁਝ ਕੱਲ ਵਾਪਰਿਆ ਉਹਨਾਂ ਘਟਨਾਵਾਂ ਦੇ ਮੱਦੇਨਜ਼ਰ ਜਿਹੜੇ ਕਿਸਾਨ ਆਗੂਆਂ ਨੇ ਅੱਜ ਸਵਾਲ ਖੜੇ ਕੀਤੇ ਆ ਕਿ ਸਾਡੇ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਕੀਤਾ ਗਿਆ ਸਾਰਾ ਕੁਝ। ਕਿਵੇਂ ਦੇਖੋਗੇ ਇਹਨਾਂ ਸਵਾਲਾਂ ਨੂੰ ਜੀ ਭੁੱਲਰ ਜੀ? ਦੇਖੋ, ਇਸ ਤਰ੍ਹਾਂ ਹੈਗਾ ਕਿ ਮੈਂ ਬਿਲਕੁਲ ਵੀ ਇਸ ਧਰਨੇ ਦਾ ਪਹਿਲਾਂ ਵਿਰੋਧ ਨਹੀਂ ਕਰਦਾ ਹੈਗਾ ਵੀ ਇਹ ਧਰਨਾ ਜਿਹੜਾ ਕੀਤਾ ਗਿਆ ਸ਼ੁਰੂ, ਅਸੀਂ ਉਹਦਾ ਵਿਰੋਧ ਨਹੀਂ ਕਰਦੇ ਕਿਉਂਕਿ ਜਿਹੜੀ ਮੰਗ ਸੀ ਵੀ ਜਿਹੜੇ ਅਮੈਂਡਮੈਂਟ ਹੋਣੀ ਚਾਹੀਦੀ ਧਰਨਾ, ਲੇਕਿਨ ਦਿੱਲੀ ਦੇ ਬਾਰਡਰ ਤੱਕ ਪਹੁੰਚਦਿਆਂ ਉਹ ਧਰਨੇ ਦਾ ਸਰੂਪ ਜਿਹੜਾ ਹੋ ਗਿਆ। ਔਰ ਕੱਲ ਵੀ ਜਿਸ ਤਰੀਕੇ ਨਾਲ ਉੱਥੇ ਵਾਰਤਾਲਾਪ ਹੋਈਆਂ ਦਾ ਤਰੀਕਾ
ਜਿਹੜਾ ਕੁਛ ਹਿੱਸਾ ਹੈ ਜਿਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਨੇ, ਲੇਕਿਨ ਜਿਸ ਗਰੁੱਪ ਨੇ ਬੈਰੀਕੇਡ ਤੋੜ ਕੇ ਸਭ ਤੋਂ ਪਹਿਲਾਂ ਨਿਕਲਣੇ ਸ਼ੁਰੂ ਹੋ ਗਏ, ਉਹ 7:30 ਵਜੇ ਚੱਲ ਪਏ, ਜਦੋਂ ਕਿ ਟਾਈਮ ਜਿਹੜਾ ਸੀਗਾ 12 ਵਜੇ ਦਾ ਸੀਗਾ। ਆਪਸ ਵਿੱਚ ਜਿਹੜੀ ਕਿਸਾਨ ਲੀਡਰਾਂ ਦੀ ਸਹਿਮਤੀ ਨਜ਼ਰ ਨਹੀਂ ਆ ਰਹੀ ਸੀਗੀ। ਉਧਰਲੇ ਪਾਸੋਂ ਦੀ ਜੇ ਆਪਾਂ ਯੂਪੀ ਵਾਲੇ ਪਾਸੋਂ ਦੇ, ਉੱਥੇ ਵੀ ਸਵੇਰ ਦੇ ਟਾਈਮ ਜਿਹੜੇ ਟਕੈਤ ਉਹਨਾਂ ਨਾਲ ਲੋਕਾਂ ਦੀ ਝੜਪ ਹੋਈ, ਉਹਨਾਂ ਨੂੰ ਧੱਕੇ, ਕਿਉਂਕਿ ਜਿਹੜੇ ਨੌਜਵਾਨ ਸੀ ਜਾਂ ਜਿਹੜੇ ਬਾਕੀ ਲੋਕ ਸੀਗੇ ਉੱਥੇ ਉਹ ਕੁਝ ਹੋਰ ਚਾਹੁੰਦੇ ਸੀਗੇ। ਟਕੈਤ ਸਾਹਿਬ ਜਿਹੜੇ ਸੀ ਉਹ ਜੋ ਸਰਕਾਰ ਤੋਂ ਟਾਈਮ ਮਿਲਿਆ ਹੈਗਾ ਚਾਹੁੰਦੇ ਸੀਗੇ। ਕਿਤਨਾ ਕਿਤੇ ਆਪ ਖਰੇਮਾ ਉੱਥੇ ਦੇਖਣ ਨੂੰ ਉਸ ਵਿੱਚ ਨੇ ਇਹਨੂੰ ਇੱਥੇ ਤੱਕ ਲੈ ਕੇ ਆਂਦਾ। ਸੋ ਦੀਪ ਮੈਂ ਜੋਗਿੰਦਰ ਯਾਦਵ ਵੀ ਕੋਈ ਕਿਸਾਨੀ ਨਹੀਂ ਬੰਦਾ ਨਹੀਂ ਹੈ। ਜੋਗਿੰਦਰ ਯਾਦਵ ਹਮੇਸ਼ਾ ਹਮਟ ਹੈਗੀ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਹਨੂੰ ਕਿਸੇ ਨਾ ਕਿਸੇ ਪੁੱਠੇ ਰਾਹ ਤੇ ਪਾਇਆ ਹੈ। ਔਰ ਅੱਜ ਤੁਸੀਂ ਇਹ ਦੇਖੋ, ਬਦਕਿਸਮਤੀ ਸਾਡੀ ਇਹ ਹੈ ਕਿ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਨੇ, ਉਹਨਾਂ ਨੂੰ ਗਾਈਡਲਾਈਨ ਜਿਹੜੀਆਂ ਜੋਗਿੰਦਰ ਯਾਦਵ ਦੀਆਂ ਨੇ, ਪ੍ਰੈਸ ਕਾਨਫਰੰਸ ਉਹ ਕਰਦਾ, ਪ੍ਰੋਗਰਾਮ ਉਹ ਬਣਾਉਂਦਾ। ਔਰ ਜਿਹੜੇ ਇੰਨੇ ਸੀਨੀਅਰ ਆਗੂ ਨੇ, ਜਿਹੜੇ ਇੰਨੇ ਸੀਨੀਅਰ ਆਪਣੇ ਕਹਿੰਦੇ ਅਸੀਂ ਔਰ ਅਸੀਂ ਉਹਨਾਂ ਨੂੰ ਮੰਨਦੇ, ਇਹਨਾਂ ਇੱਜ਼ਤ ਮਾਣ ਕਰਦੇ ਆ, ਉਹ ਜੋਗਿੰਦਰ ਯਾਦਵ ਉੱਥੇ ਉਹਨਾਂ ਨੂੰ ਆਪਣੀ ਅਗਰ 26 ਤਰੀਕ ਦਾ ਜਿਹੜੀ ਲੀਡਰਸ਼ਿਪ ਸੀਗੀ, 40 ਲੀਡਰ ਨੇ ਪੰਜਾਬ ਤੋਂ, ਉਹਨਾਂ ਨੂੰ ਚਾਹੀਦਾ ਹੈ ਸੀ ਜਿਹੜਾ ਰੂਟ ਮੈਪ ਹੈਗਾ, ਰੂਟ ਮੈਪ ਦੇ ਉੱਤੇ ਆਪਣੇ ਕੈਂਪ ਲਾਉਂਦੇ। ਆਪਾਂ ਨਗਰ ਕੀਰਤਨ ਛੋਟਾ ਜਿਹਾ ਨਿਕਲਣਾ ਹੁੰਦਾ ਹੈ, ਜਗ੍ਹਾ ਜਗ੍ਹਾ ਤੇ ਆਪਣੇ ਵਲੰਟੀਅਰ ਖੜੇ ਕਰਦੇ ਆ, ਜਗ੍ਹਾ ਜਗ੍ਹਾ ਤੇ ਲੰਗਰ ਲੱਗਦਾ, ਚਾਹ ਦਾ ਲੰਗਰ ਲੱਗਦਾ, ਸਭ ਕੁਝ ਹੁੰਦਾ ਹੈ। ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਆਪਣੇ ਵਲੰਟੀਅਰ ਖੜੇ ਕਰਨੇ ਚਾਹੀਦੇ ਸੀਗੇ, ਜਗ੍ਹਾ ਜਗ੍ਹਾ ਉਹਨਾਂ ਦਾ ਅਰੇਂਜਮੈਂਟ ਹੋਣਾ ਚਾਹੀਦਾ ਸੀਗਾ। ਲੇਕਿਨ ਜਦੋਂ ਤੁਸੀਂ ਇਹ ਡਿਕਲੇਅਰ ਕਰਕੇ ਉਸ ਬਾਅਦ ਘਰਾਂ ਜਾ ਕੇ ਸੌਂਗੇ ਜਾਂ ਟੈਂਟਾਂ ਜਾ ਕੇ ਸੌਂਗੇ, ਤੇ ਸਵੇਰੇ ਉੱਠ ਕੇ ਜੋ ਹੋਇਆ ਉਹਦੇ ਮੰਦਭਾਗਾ ਹੈ ਹੀ ਉਸ ਤੋਂ ਬਾਅਦ ਦੇ ਵਿੱਚ। ਔਰ ਅੱਜ ਅਗਰ ਜ਼ਿੰਮੇਵਾਰੀ ਬਣਦੀ ਹੈ, ਅਗਰ ਜਿੰਨੀ ਸਰਕਾਰ ਦੀ ਜ਼ਿੰਮੇਵਾਰੀ, ਮੈਂ ਨਹੀਂ ਕਹਿੰਦਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹਦੇ ਵਿੱਚ, ਜਿਹੜਾ ਦਿੱਲੀ ਦਾ ਕਮਿਸ਼ਨਰ ਹੈ ਉਹਨੂੰ ਤੇ ਇਮੀਡੀਏਟ ਕਰਨਾ ਚਾਹੀਦਾ, ਕਿਉਂਕਿ ਇਹ ਪਹਿਲਾਂ ਵੀ ਇਸ ਤੋਂ ਵਸਟ ਹੋਇਆ। ਲੋਕ ਘੱਟੋ ਘੱਟ 1000 ਸਾੜਤੀ ਇਹ ਬਾਹਰ ਦਿੱਲੀ ਇਸ ਦੇ ਉਸ ਕਮਿਸ਼ਨਰ ਜੀ ਪੁਲਿਸ ਸਾਹਿਬ ਵਾਪਸ ਆਣਾ ਮੈਂ ਤੁਹਾਡੇ ਵੱਲ। ਆਪਾਂ ਕੰਗ ਸਾਹਿਬ ਤੋਂ ਜਵਾਬ ਲੈਣੇ, ਕਿਉਂਕਿ ਕੰਗ ਸਾਹਿਬ ਉਸ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਸਰਗਰਮੀ ਨਾਲ ਰਹੇ ਹੈ। ਕੱਲ ਵੀ ਉਹਨਾਂ ਨੇ ਸਿੱਧੂ ਸਾਹਿਬ ਕੱਲ ਦਿੱਲੀ ਸੀਗਾ, ਮੈਂ ਕੱਲ ਦਿੱਲੀ ਹੋਈ ਸੀਗਾ, ਰਾਤੀ ਵਾਪਸ ਆਇਆ ਉੱਥੋਂ ਦੀ, ਔਰ ਅਸੀਂ ਕਾਫੀ ਨਜ਼ਦੀਕ ਤੋਂ ਸਾਰੇ ਹਾਲਾਤ ਦੇਖੇ ਉੱਥੇ। ਜੀ 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 ਬਿਲਕੁਲ। ਜਿਹੜਾ ਕਿ ਪੁਲਿਸ ਸਾਹਿਬ ਮੈਂ ਫੇਰ ਆਣਾ ਤੁਹਾਡੇ ਵੱਲ ਇਹਨਾਂ ਸਵਾਲਾਂ ਦੇ ਉੱਤੇ। ਜੀ ਕੰਗ ਜੀ, ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਹੋ, ਪਰ ਜਿਸ ਤਰੀਕੇ ਨਾਲ ਪੁਲਿਸ ਸਾਹਿਬ ਨੇ ਕਿਹਾ ਕਿ ਜ਼ਿੰਮੇਵਾਰੀ ਕਿਤੇ ਕਿਸਾਨ ਜਥੇਬੰਦੀਆਂ ਦੀ ਵੀ ਬਣਦੀ ਸੀ, ਜਿਸ ਤਰੀਕੇ ਨਾਲ ਵਾਪਰਿਆ, ਔਰ ਖਾਸ ਤੌਰ ਤੇ ਜਿਹੜੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਵੀ ਕਹੀ ਹੈ ਕਿ ਉਹਦੇ ਬਾਰੇ ਆ ਹੀ ਗਿਆ, ਦੀਪ ਸਿੱਧੂ ਬਾਰੇ, ਇਹ ਵੀ ਬਹੁਤ ਵੱਡਾ ਮਾਮਲਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਲਾਲ ਕਿਲੇ 'ਚ ਪਹੁੰਚ ਗਏ ਔਰ ਉਹਨਾਂ ਨੇ ਝੰਡਾ ਲਹਿਰਾਇਆ, ਇੰਨਾ ਖੁੱਲਾ ਮੌਕਾ ਮਿਲਿਆ ਜਿਹੜਾ ਹੈਗਾ, ਕਿਉਂ ਰੂਟ ਡਿਵਰਟ ਕੀਤਾ ਗਿਆ, ਸਾਰੇ ਸਵਾਲ ਹੈ ਕੰਗ ਜੀ ਜਿਹੜੇ ਇਸ ਵੇਲੇ ਉੱਪਰ ਕੇ ਆ ਰਹੇ ਹੈ। ਜੀ ਦੇਖੋ ਸਿੱਧੂ ਸਾਹਿਬ, ਭੁੱਲਰ ਸਾਹਿਬ ਬਿਲਕੁਲ ਝੂਠ ਬੋਲ ਰਹੇ ਆ, ਗੁੰਮਰਾਹ ਕਰ ਰਿਹਾ। ਪਹਿਲੀ ਗੱਲ ਤੇ ਇਹ ਆ, ਜਿਹੜੇ ਲੋਕ ਲਾਲ ਕਿਲੇ ਵੱਲ ਗਏ ਆ, ਜਿਹੜੇ ਕਿਸਾਨ ਲੀਡਰਾਂ ਦੀ ਇਹ ਗੱਲ ਕਰ ਰਹੇ ਆ, ਪੰਨੂ ਔਰ ਪੰਧੇਰ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦਾ ਹਿੱਸਾ ਨਹੀਂ ਆ। ਮੈਂ ਭੁੱਲਰ ਸਾਹਿਬ ਨੂੰ ਦੱਸਦਾ, ਨੰਬਰ 1 ਜਿਨ੍ਹਾਂ ਨੇ ਕਿਹਾ ਸੀ ਅਸੀਂ ਰਿੰਗ ਰੋਡ ਤੇ ਜਾਣਾ ਹੈ, ਨੰਬਰ 1। ਨੰਬਰ 2 ਜਿਹੜਾ ਦੀਪ ਸਿੱਧੂ ਹੈ, ਜਿਹੜਾ ਲਗਾਤਾਰ ਕੰਟਰੋਵਰਸੀ 'ਚ ਰਿਹਾ ਹੈ ਸਾਰੇ ਅੰਦੋਲਨ 'ਚ, ਉਹ ਵੀ ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨ ਦਾ ਹਿੱਸਾ ਨਹੀਂ ਹੈ। ਈਵਨ ਪਿਛਲੇ 2 ਮਹੀਨਿਆਂ 'ਚ ਦਿੱਲੀ 'ਚ ਹੋਣ ਦੇ ਬਾਵਜੂਦ ਦੀਪ ਸਿੱਧੂ ਨੂੰ ਇੱਕ ਵਾਰ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ। ਉਹ ਪਹਿਲੇ ਦਿਨ ਤੋਂ ਹੀ ਕੰਟਰੋਵਰਸ਼ੀਅਲ ਹੈ। ਤੀਸਰੀ ਗੱਲ, ਲਾਲ ਕਿਲਾ ਜਿਹੜਾ ਆ ਹਾਈਲੀ ਸੈਂਸਿਟਿਵ ਜਿਹੜਾ ਸਿਕਿਉਰਿਟੀ ਜ਼ੋਨ ਹੈ, ਔਰ 26 ਜਨਵਰੀ ਨੂੰ ਦੇਸ਼ ਦਾ ਮੁਖੀਆ ਪ੍ਰਧਾਨ ਮੰਤਰੀ ਉੱਥੇ ਆਉਂਦਾ ਹੈ, ਪ੍ਰੈਜ਼ੀਡੈਂਟ ਹੁੰਦਾ ਹੈ ਔਰ ਸੰਬੋਧਨ ਹੁੰਦਾ ਹੈ। 26 ਜਨਵਰੀ ਦੇ ਵਾਲੇ ਦਿਨ ਨੈਸ਼ਨਲ ਪਰੇਡ ਤੋਂ 1 ਘੰਟੇ ਬਾਅਦ ਇਹ ਲੋਕਾਂ ਦੀ ਐਂਟਰੀ ਹੋਣਾ ਲਾਲ ਕਿਲੇ 'ਚ। ਔਰ ਲਾਲ ਕਿਲੇ 'ਚ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ, ਰਾਜੇਵਾਲ ਸਾਹਿਬ ਨੇ ਆਪਣੀ ਸਪੀਚ ਕਿਹਾ ਵੀ 1000 ਦੇ ਕਰੀਬ ਲੋਕ ਪਹਿਲਾਂ ਮੌਜੂਦ ਸੀ, ਔਰ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਲਾਲ ਕਿਲੇ ਵਰਗੀ ਜਗ੍ਹਾ 'ਚ ਹਾਈਲੀ ਸੈਂਸਿਟਿਵ ਤੇ ਸਿਕਿਉਰਿਟੀ ਜ਼ੋਨ 'ਚ ਵੜਨ ਦਿੱਤਾ ਗਿਆ, ਇਹ ਸਰਕਾਰ ਤੇ ਸਵਾਲ ਖੜੇ ਕਰਦੇ ਆ। ਦੂਸਰੀ ਗੱਲ ਮੈਂ ਭੁੱਲਰ ਸਾਹਿਬ ਨੂੰ ਕਹਿੰਦਾ, ਇਹ ਜਿਹੜਾ ਕਹਿ ਰਹੇ ਨਾ ਲੰਗਰ ਲਾਏ ਨਹੀਂ, ਉੱਥੇ ਇੰਤਜ਼ਾਮ ਨਹੀਂ ਕੀਤੇ, ਜਿਹੜੀ ਵੀ ਕਿਸਾਨਾਂ ਦੇ ਰੂਟ ਸੀ ਉੱਥੇ ਬਕਾਇਦਾ ਦਿੱਲੀ ਦੀਆਂ ਸੰਗਤਾਂ ਨੇ ਲੰਗਰ ਲਾਏ ਆ। ਦਿੱਲੀ ਦੀਆਂ ਸੰਗਤਾਂ ਨੇ ਫੁੱਲਾਂ ਨਾਲ ਕਿਸਾਨਾਂ ਦਾ ਸਵਾਗਤ ਕੀਤਾ ਹੈ।
ਥਾਂ ਕਿਸਾਨਾਂ ਪਰੇਡ ਦਾ ਸਵਾਗਤ ਹੋਇਆ। ਜੇ ਕਹਿਣਗੇ ਤਾਂ ਮੈਂ ਇਹਨਾਂ ਨੂੰ ਵੀਡੀਓ ਭੇਜ ਦਿੰਦਾ। ਗੱਲ ਇਹ ਆ ਵੀ ਗੋਦੀ ਮੀਡੀਆ ਔਰ ਬੀਜੇਪੀ ਦਾ ਆਈਟੀ ਸੈੱਲ ਪਹਿਲੇ ਦਿਨ ਤੋਂ ਹੀ ਜਿਹੜਾ ਵੀ ਕੋਈ ਨੈਗੇਟਿਵ ਪੱਖ ਹੈ ਉਹਨੂੰ ਉਜਾਗਰ ਕਰਦਾ ਹੈ, ਪੋਜ਼ਿਟਿਵ ਗੱਲ ਸਾਹਮਣੇ ਲੈ ਕੇ ਨਹੀਂ ਹੁੰਦਾ। ਤੋ ਇਹ ਸਾਰੇ ਜਿਹੜਾ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦਾ ਕੰਮ ਕੀਤਾ, ਉਹਦੇ ਚ ਪੰਨੂ ਔਰ ਪੰਧੇਰ ਕਿਸਾਨ ਲੀਡਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇਦਾਰ ਨਹੀਂ, ਉਹਨਾਂ ਦਾ ਦੀਪ ਸਿੱਧੂ। ਦੇਖੋ ਇਹ ਕਿੰਨੀ ਸੋਚਣ ਵਾਲੀ ਗੱਲ ਹੈ ਸਿੱਧੂ ਸਾਹਿਬ। ਜਿਸ ਦਿਨ ਸ਼ੰਭੂ ਮੋਰਚੇ ਤੋਂ ਕਿਸਾਨ ਦਿੱਲੀ ਵੱਲ ਨੂੰ ਜਾਂਦੇ ਆ, ਦੀਪ ਸਿੱਧੂ ਕਿਸੇ ਵੀ ਕਾਫਲੇ 'ਚ ਕਿਤੇ ਦਿਖਦਾ ਨਹੀਂ ਹੈ, ਲੇਕਿਨ ਦਿੱਲੀ 'ਚ ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਐਂਟਰੀ ਹੋ ਜਾਂਦੀ ਆ। ਕਿਸਾਨ ਸਾਰੇ ਕੁੰਡਲੀ ਤੇ ਰੋਕ ਲਿੱਤੇ ਜਾਂਦੇ ਆ, ਦੀਪ ਸਿੱਧੂ ਦਿੱਲੀ ਪਹੁੰਚ ਜਾਂਦਾ ਹੈ। ਔਰ ਕੱਲ ਵੀ ਲਾਲ ਕਿਲੇ 'ਚ ਦੀਪ ਸਿੱਧੂ ਨੂੰ ਤੇ ਇੱਕ ਵੀ ਡੰਡਾ ਨਹੀਂ ਵੱਜਿਆ ਪੁਲਿਸ ਵਾਲਿਆਂ ਦਾ। ਪੁਲਿਸ ਵਾਲਿਆਂ ਦੇ ਡੰਡਾ ਤੇ ਦੂਜੇ ਵਿਚਾਰੇ ਬੇਗੁਨਾਹ ਲੋਕਾਂ ਨੂੰ ਵੱਜ ਰਹੇ ਆ। ਤੋ ਇਹ ਕੀ ਹੈ? ਇਹ ਸਾਰੀ ਚੀਜ਼ ਕੀ ਦਰਸਾਉਂਦੀ ਹੈ? ਔਰ ਕਿਸਾਨ ਲੀਡਰ ਦਾ ਰਾਜੇਵਾਲ ਸਾਹਿਬ ਦਾ ਵਾਰ-ਵਾਰ ਕਹਿਣਾ ਵੀ ਇਹ ਸਾਡੇ ਮੂਵਮੈਂਟ ਦਾ ਹਿੱਸਾ ਨਹੀਂ ਆ, ਇਹ ਪਲਾਂਟਡ ਹੈ, ਉਹ ਸਾਰਾ ਪ੍ਰੂਵ ਹੋ ਗਿਆ। ਮੋਦੀ ਸਰਕਾਰ ਚਾਹੁੰਦੀ ਸੀ ਜਿਹੜੀ ਹਿਸਟੋਰਿਕ ਪਰੇਡ ਹੋਈ ਆ ਉਹ ਖਬਰਾਂ 'ਚ ਨਾ ਬਣੇ, ਕੁਝ ਇਹੋ ਜਿਹਾ ਮਸਾਲਾ ਤਿਆਰ ਕੀਤਾ ਜਾਵੇ ਜਿਹਦੇ ਨਾਲ ਜਿਹੜੀ ਸੁਰਖੀਆਂ ਆ ਉਹ ਪਰੇਡ ਦੀ ਬਜਾਏ ਹੋਰ ਕੋਈ ਰੰਗ ਲੈ ਲੈਣ ਔਰ ਉਹਦੇ 'ਚ ਕਾਫੀ ਹੱਦ ਤੱਕ ਕਾਮਯਾਬੀ ਹੋਏ ਆ। ਓਕੇ ਥੈਂਕ ਯੂ ਵੈਰੀ ਮਚ। ਪੁਲਰ ਜੀ, ਤੁਸੀਂ ਸੁਣਿਆ ਹੀ ਹੈ ਕੰਗ ਸਾਹਿਬ ਦੇ ਕਮੈਂਟਸ। ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਲਾਲ ਕਿਲੇ 'ਚੋਂ ਲੋਕ ਪਹੁੰਚੇ, ਚਾਹੇ ਦੀਪ ਸਿੱਧੂ ਹੈ, ਉਹਦੇ ਨਾਲ ਕੁਝ ਹੋਰ ਲੋਕ ਹੈਗੇ ਕਿ 1000 ਆਦਮੀ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸੀ ਔਰ ਦੀਪ ਸਿੱਧੂ ਨੂੰ ਤਾਂ ਡੰਡਾ ਤੱਕ ਨਹੀਂ ਵੱਜਿਆ। ਉਹਨਾਂ ਨੂੰ ਲੱਗਦਾ ਕਿ ਸਾਰਾ ਕੁਝ ਗਿਣੀ ਮਿਥੀ ਜਿਹੜੀ ਸਾਜ਼ਿਸ਼ ਦਾ ਹਿੱਸਾ। ਪੁਲਿਸ ਜੀ ਤੋਂ ਗੱਲ ਕਰੂੰਗੇ, ਇੱਕ ਸਵਾਲ ਇਹ ਵੀ ਜਿਹੜਾ ਮੀਡੀਆ 'ਚ ਉੱਭਰ ਰਿਹਾ ਹੈ, ਤੁਸੀਂ ਵੀ ਦੇਖਿਆ ਹੋਣਾ ਹੈ ਮੀਡੀਆ ਦੇ ਅੰਦਰ, ਕਿ ਜਿਸ ਤਰੀਕੇ ਨਾਲ ਕਿਸਾਨਾਂ ਦੇ ਟਰੈਕਟਰਾਂ ਦੀ ਪੁਲਿਸ ਨੇ ਕਈ ਥਾਵਾਂ ਤੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ। ਜਾਣੀ ਇਹ ਤਾਂ ਦਿਖਾਇਆ ਜਾ ਰਿਹਾ ਹੈ ਕਿ ਵੀ ਇੱਥੇ ਜਿਹੜਾ ਹੈਗਾ ਕਿਸਾਨ ਆਗੂ ਉਹਨਾਂ ਨੇ ਰੂਟ ਵਾਇਲੇਟ ਕੀਤਾ, ਰੂਟ ਮਿਲਿਆ ਨਹੀਂ ਸੀ। ਪਰ ਕੀ ਇਹ ਪੁਲਿਸ ਨੂੰ ਇਜਾਜ਼ਤ ਸੀ ਇਸ ਗੱਲ ਦੀ ਕਿ ਉਹਨਾਂ ਦੀਆਂ ਡੀਜ਼ਲ ਦੀਆਂ ਟੈਂਕੀਆਂ ਭੰਨ ਦਿੱਤੀਆਂ, ਉਹਨਾਂ ਦੇ ਜਿਹੜੇ ਮਹਿੰਗੇ ਟਾਇਰ ਸੀ ਉਹਨਾਂ 'ਚ ਸੂਏ ਮਾਰ ਕੇ ਉਹ ਟਾਇਰ ਪਾੜ ਦਿੱਤੇ? ਇਸ ਤਰ੍ਹਾਂ ਦਾ ਵਰਤਾਰਾ ਵੀ ਹੋਇਆ ਜਿਹੜਾ ਹੈਗਾ। ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਹੋ? ਕਿਤੇ ਲੱਗਦਾ ਹੈ ਕਿ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਗਿਆ? ਦੇਖੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਵੀ ਜਿਹੜੀ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਹੈ ਟਰੈਕਟਰਾਂ ਨੂੰ ਨੁਕਸਾਨ ਤੌਰ ਦੇ ਉੱਤੇ ਜਿਹੜੇ ਲੋਕਾਂ ਨੂੰ ਕੁੱਟਿਆ ਮਾਰਿਆ, ਮੈਂ ਉਹਦੇ ਬਿਲਕੁਲ ਹੱਕ 'ਚ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਵੀ ਇਹਦੇ ਵਿੱਚ ਸਭ ਤੋਂ ਵੱਡਾ ਫੇਲਿਅਰ ਦਾ ਦੇ ਉੱਤੇ 1 ਸਾਲ ਪਹਿਲਾਂ ਜੋ ਉੱਥੇ ਦੰਗੇ ਫਸਾਦ ਹੋਏ ਸੀਗੇ, ਉਸ ਤੋਂ ਬਾਅਦ ਅੱਜ ਫਿਰ ਆਹੀ ਚੀਜ਼ ਹੋ ਰਹੀ ਹੈ ਤੇ ਜਾਂ ਇਹ ਕਰਨ ਦਿੱਤੀ ਗਈ, ਲੋਕਾਂ ਨੂੰ ਪੁਲਿਸ ਹੈੱਡਕੁਆਟਰ ਤੱਕ ਪਹੁੰਚਣ ਦਿੱਤਾ ਗਿਆ, ਤਾਂ ਪੁਲਿਸ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਬਣਦੀ ਹੈ। ਔਰ ਦੂਸਰੀ ਜਿੱਥੇ ਦਾ ਕੰਗ ਸਾਹਿਬ ਦੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਵੀ ਕੰਗ ਸਾਹਿਬ ਅਗਰ ਕੋਈ ਵੀ ਮੂਵਮੈਂਟ ਹੁੰਦੀ ਹੈ, ਤੁਸੀਂ ਸਟੂਡੈਂਟ ਲੀਡਰ ਰਹੇ ਹੋ, ਮੈਂ ਵੀ ਰਿਹਾ ਔਰ ਅਸੀਂ ਲੀਡਰਸ਼ਿਪ ਹੋ ਗਏ, ਕਦੀ ਵੀ ਇਹ ਹੋਇਆ ਕਿ ਹਾਂ ਲੀਡਰ ਅੱਗੇ ਨਾ ਲੱਗਣ? ਇੱਥੇ ਤਾਂ ਕਿਤੇ ਲੀਡਰ ਨਜ਼ਰ ਹੀ ਨਹੀਂ ਆ ਰਹੇ ਸੀਗੇ, ਸਿਰਫ ਲੋਕ ਆ ਰਹੇ ਸੀਗੇ। ਔਰ ਕੱਲ ਹਾਲਾਤ ਇਹ ਸੀਗੇ ਕਿ ਲੋਕਾਂ ਨੂੰ ਮਿਲ ਵੀ ਨਹੀਂ ਰਹੇ ਸੀਗੇ ਕਿੱਥੇ ਨੇ। ਇਸ ਕਰਕੇ ਤੁਸੀਂ ਇਹਨੂੰ ਔਰ ਜੋਗਿੰਦਰ ਯਾਦਵ ਵਰਗੇ ਜਿਹੜੇ ਸੀਗੇ ਉਹ ਬਾਅਦ ਚ ਬੋਲਣ ਲੱਗੇ ਵੀ ਹਾਂਜੀ ਗਲਤ ਹੋ ਗਿਆ ਜੀ, ਐਸਾ ਨਹੀਂ ਹੋਣਾ ਚਾਹੀਏ ਥਾ। ਤੁਸੀਂ ਜਿਹੜਾ ਰੂਟ ਲਿਆ ਹੈ ਉਹ ਰੂਟ ਨੂੰ ਛੱਡ ਕੇ ਚਾਹੇ ਪੰਧੇਰ ਸੀ, ਚਾਹੇ ਪੰਨੂ ਦੀਪ ਜੀ ਕੰਗ ਸਾਹਿਬ ਪ੍ਰੈਸ ਮੈਂ ਆਣਾ ਤੁਹਾਡੇ ਨਾਲ। ਮੋਰਚੇ ਦੇ ਵਿੱਚ ਵੀ ਇਹ ਲੋਕ ਜਾਂਦੇ ਰਹੇ ਨੇ, ਕਿਉਂ ਨਹੀਂ ਤੁਸੀਂ ਉਹਨੂੰ ਵਾਪਸ? ਓਕੇ ਪੁਲਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਨੂੰ ਮਜਬੂਰੀ ਹੈ, ਟੈਕਨੀਕਲੀ ਬ੍ਰੇਕ ਲੈਣੀ ਪਏਗੀ। ਆਪਾਂ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਪੁਲਰ ਸਾਹਿਬ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਕੰਗ ਸਾਹਿਬ, ਮੈਂ ਪ੍ਰੈਸਾਂ ਵੱਲ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ, ਕਿਉਂਕਿ ਬ੍ਰੇਕ ਤੋਂ ਪਹਿਲਾਂ ਹਰਜੀਤ ਭੁੱਲਰ ਹੋਣੀ ਕਹਿ ਰਹੇ ਸੀ ਕਿ ਜਿਹੜੇ ਕਿਸਾਨ ਨੇਤਾ ਕੱਲ ਜਦੋਂ ਇਹੋ ਜਿਹਾ ਵਰਤਾਰਾ ਹੋਇਆ ਜਾਂ ਸੰਕਟ ਆਇਆ, ਜਿਹੜੇ ਸਵਾਲ ਖੜੇ ਹੋਏ, ਤਾਂ ਉਦੋਂ ਕਿਧਰੇ ਕਿਸਾਨ ਨੇਤਾ ਨਜ਼ਰ ਨਹੀਂ ਆਏ। ਕਿੱਥੇ ਸੀਗੇ ਕਿਸਾਨ ਨੇਤਾ? ਦੱਸੋਗੇ ਜਰਾ ਕੰਗ ਜੀ? ਸਿੱਧੂ ਸਾਹਿਬ ਲੀਡ ਤੇ ਕਰਨਾ ਚਾਹੀਦਾ ਸੀਗਾ, ਸਭ ਤੋਂ ਅੱਗੇ ਉਹ ਲੋਕ ਲੱਗਦੇ। ਮੈਂ ਦੱਸ ਰਿਹਾ, ਸਿੰਘੂ ਮੋਰਚੇ ਦੀ ਜਿਹੜੀ ਅਗਵਾਈ ਆ ਉਹ ਡਾਕਟਰ ਦਰਸ਼ਨਪਾਲ ਔਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਕਰ ਰਹੇ ਆ। ਔਰ ਕੱਲ ਵੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ ਆ। ਬਲਬੀਰ ਸਿੰਘ ਰਾਜੇਵਾਲ ਜਿਹੜੀ ਸਿੰਘੂ ਮੋਰਚੇ ਤੋਂ ਪਰੇਡ ਰੂਟ ਤੇ ਜਿਹੜੀ ਪਰੇਡ ਗਈ ਆ, ਉਹਦੀ ਅਗਵਾਈ ਰਾਜੇਵਾਲ ਸਾਹਿਬ ਔਰ ਦਰਸ਼ਨਪਾਲ ਉਹਨਾਂ ਨੇ ਕੀਤੀ ਔਰ ਉਹਦੇ ਸਭ ਤੋਂ ਅੱਗੇ ਉਹੀ ਸੀਗੇ। ਲੇਕਿਨ ਜਿਹੜੇ ਲੋਕਾਂ ਨੇ ਇੱਕ ਦਿਨ ਪਹਿਲਾਂ ਦਿੱਲੀ ਦੇ ਕਮਿਸ਼ਨਰ ਨਾਲ ਰਾਤ ਨੂੰ 10 ਵਜੇ ਮੀਟਿੰਗ ਕੀਤੀ ਹੈ, ਜਿਹੜੀ ਡਾਕਟਰ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ, ਜਿਹੜਾ
ਜ਼ਿਕਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਉਹਨਾਂ ਨੇ ਸਟੇਜ ਤੋਂ ਕੀਤਾ, ਉਹ ਲੋਕ ਰਿੰਗ ਰੋਡ ਔਰ ਲਾਲ ਕਿਲੇ ਵੱਲ ਗਏ ਆ। ਇਸ ਕਰਕੇ ਮਿਸਗਾਈਡ ਨਾ ਕਰੋ ਭੁੱਲਰ ਸਾਹਿਬ, ਸਾਡੇ ਆਗੂ ਇਸ ਸੰਘੂ ਮੋਰਚੇ ਦੀ ਅਗਵਾਈ ਕਰ ਰਹੇ ਸੀ। ਦੂਜੀ ਗੱਲ, ਜਿਹੜਾ ਇਹ ਜੋਗਿੰਦਰ ਯਾਦਵ ਹੋਣਾ ਦੀ ਵਾਰ-ਵਾਰ ਗੱਲ ਕਰ ਰਿਹਾ, ਜੋਗਿੰਦਰ ਯਾਦਵ ਆਗੂ ਨਹੀਂ ਹੈ, ਇੱਕ ਹਿੱਸਾ ਹੈ ਇਸ ਸੰਯੁਕਤ ਕਿਸਾਨ ਮੋਰਚੇ ਦਾ, ਔਰ ਉਹ ਸ਼ਾਹਜਹਾਂਪੁਰ ਵਾਲੇ ਬਾਰਡਰ ਤੇ ਅਗਵਾਈ ਕਰ ਰਿਹਾ, ਉਹ ਉੱਥੇ ਹੀ ਹੈ। ਸਾਡੀ ਸਿੰਘੂ ਮੋਰਚੇ ਦੀ ਔਰ ਪੰਜਾਬ ਦੀ ਅਗਵਾਈ ਔਰ ਆਲ ਓਵਰ ਜਦੋਂ ਸਾਰੀ ਅਗਵਾਈ ਦੀ ਗੱਲ ਕਰੋ ਤੇ ਡਾਕਟਰ ਦਰਸ਼ਨਪਾਲ ਹੋਏ, ਸਰਦਾਰ ਬਲਵੀਰ ਸਿੰਘ ਰਾਜੇਵਾਲ ਹੋਏ ਜਾਂ ਜਗਜੀਤ ਸਿੰਘ ਡੱਲੇਵਾਲ ਹੋਏ, ਇਹੀ ਲੋਕ ਕਰ ਰਹੇ ਆ ਔਰ ਪੂਰੀ ਆਪਣੀ ਸਾਫ਼ ਨੀਅਤ ਨਾਲ, ਮਿਹਨਤ ਨਾਲ, ਈਮਾਨਦਾਰੀ ਨਾਲ ਪੂਰੀ ਕਰ ਰਹੇ ਆ, ਲੋਕ ਉਹਨਾਂ ਦੀ ਦਵਾਈ ਮੰਨ ਵੀ ਰਹੇ ਆ। ਇਸ ਕਰਕੇ ਮਿਸਗਾਈਡ ਨਾ ਕਰਨ ਭੁੱਲਰ ਸਾਹਿਬ, ਮੇਰਾ ਇਹੀ ਕਹਿਣਾ ਬਸ। ਓਕੇ ਚਲੋ ਭੁੱਲਰ ਸਾਹਿਬ, ਮੈਂ ਆਵਾਂਗਾ ਤੁਹਾਡੇ ਵੱਲ ਵੀ। ਪ੍ਰੋਫੈਸਰ ਮਨਜੀਤ ਸਿੰਘ ਜੀ ਸਵਾਲ ਲੈਣਾ ਚਾਹੁੰਦੇ ਆ। ਪ੍ਰੋਫੈਸਰ ਮਨਜੀਤ ਸਿੰਘ, ਇੱਕ ਵੱਡਾ ਸਵਾਲ ਜਿਹੜਾ ਇਸ ਮਾਮਲੇ ਦੇ ਉੱਪਰ ਕੇ ਸਾਹਮਣੇ ਆ ਰਿਹਾ ਹੁਣ, ਇਹ ਹੈ ਕਿ ਜਿਹੜੇ ਕਿਸਾਨ ਅੰਦੋਲਨ ਦੇ ਹਮਾਇਤੀ ਹੈ, ਸ਼ੁਭ ਚਿੰਤਕ ਹੈ, ਉਹਨਾਂ ਵੱਲੋਂ ਸਵਾਲ ਉੱਠ ਰਿਹਾ ਹੈ ਵੀ ਹੁਣ ਇਹੋ ਜਿਹੀ ਸਥਿਤੀ ਚੋਂ ਲੰਘ ਰਿਹਾ ਮੋਰਚਾ, ਕੀ ਲੱਗਦਾ ਹੁਣ ਵੀ ਜਿਹੜਾ ਕਿਸਾਨ ਅੰਦੋਲਨ ਹੈ ਆਪਣੀ ਉਸ ਬੁਲੰਦੀ ਉੱਤੇ ਰਹੇਗਾ ਜਾਂ ਕੋਈ ਬਹੁਤ ਵੱਡੀ ਢਾਹ ਤਾਂ ਨਹੀਂ ਲੱਗ ਜਾਏਗੀ ਇਹਨਾਂ ਘਟਨਾਵਾਂ ਦੇ ਨਾਲ? ਸਵਾਲ ਹੀ ਨਹੀਂ ਪੈਦਾ ਹੁੰਦਾ ਸਿੱਧੂ ਸਾਹਿਬ, ਕਿਹੜੀ ਗੱਲ ਕਰਦੇ, ਬਿਲਕੁਲ ਨਹੀਂ ਹੈ। ਬਿਲਕੁਲ ਲੋਕ ਸਮਝਦੇ ਆ, ਲੋਕ ਬਹੁਤ ਸਿਆਣੇ ਆ। ਦੇਖੋ, ਇੱਕ ਗੱਲ ਆਪਾਂ ਸਾਰੇ ਲਗਾਤਾਰ ਤੁਹਾਡੇ ਚੈਨਲਾਂ ਤੇ ਹੋਰ ਵੀ ਮੀਡੀਆ 'ਚ ਕਹਿੰਦੇ ਆਏ ਆ ਸਿੱਧੂ ਸਾਹਿਬ, ਕਿ ਇਹ ਜਿਹੜਾ ਅੰਦੋਲਨ ਕਿਸਾਨ ਅੰਦੋਲਨ ਤੋਂ ਅੱਗੇ ਵੱਧ ਕੇ ਜਨ ਅੰਦੋਲਨ ਬਣ ਚੁੱਕਾ ਆ। ਹੁਣ ਜਨ ਅੰਦੋਲਨ ਜਿਸ ਤਰ੍ਹਾਂ ਹੁਣ ਪੰਜਾਬ ਦੀ ਸਮੁੱਚੀ ਜਨਤਾ ਵੱਡਾ ਹਿੱਸਾ ਇਸ ਦੇ ਵਿੱਚ ਜਦੋਂ ਸੈਂਟੀਮੈਂਟਲੀ ਜਾਣੀ ਭਾਵਕ ਤੌਰ ਤੇ ਵੀ ਔਰ ਐਕਚੁਅਲੀ ਉਹਨਾਂ ਦੇ ਹਰ ਕਿਸਮ ਦੀ ਕੰਟਰੀਬਿਊਸ਼ਨ ਆ, ਕੋਈ ਚੌਂਕਾਂ ਤੇ ਖੜੇ, ਕੋਈ ਲਿਟਰੇਚਰ ਵੰਡ ਰਿਹਾ, ਕੋਈ ਸਟਿੱਕਰ ਲਾ ਰਿਹਾ, ਕੋਈ ਪਿੰਡਾਂ 'ਚ ਪਰੇਡ ਕਰ ਰਿਹਾ, ਕੋਈ ਜ਼ਿਲ੍ਹਿਆਂ 'ਚ ਪਰੇਡ ਕਰ ਰਿਹਾ, ਫਤਿਆਬਾਦ 'ਚ ਕਿੱਡੀ ਵੱਡੀ ਕੱਲ ਪਰੇਡ ਨਿਕਲੀ ਹੈ, ਸਾਰੀ ਜਗ੍ਹਾ ਇਹ ਐਡਾ ਵੱਡਾ ਜਨ ਅੰਦੋਲਨ ਆ। ਤੁਸੀਂ ਕੀ ਸੋਚਦੇ ਆ ਕਿ ਜੇ ਜਨਤਾ ਆਪ ਆਪਣਾ ਆਪ ਖਿਆਲ ਜਾਂ ਲੋਕਲ ਲੈਵਲ ਦੇ ਲੀਡਰ ਜਗ੍ਹਾ ਜਗ੍ਹਾ ਤੇ ਜਿਹੜੇ ਲੀਡਰ ਉਹ ਜਿਹੜੇ ਆਰਗੇਨਾਈਜ਼ ਕਰ ਰਹੇ ਉਹ ਨਹੀਂ ਧਿਆਨ ਰੱਖਣਗੇ ਤਾਂ ਕਿਹੜੀ ਤਾਕਤ ਆ ਜਿਹੜੀ ਕੱਲੇ ਰਾਜੇਵਾਲ ਕੋ ਜਾਂ ਡਾਕਟਰ ਦਰਸ਼ਨਪਾਲ ਕੋਲ ਕਿ ਉਹ ਸਾਰਿਆਂ ਨੂੰ ਕੱਲੇ ਕੱਲੇ ਨੂੰ ਆਪਣੇ ਇਕਜੁੱਟ ਰੱਖ ਕੇ ਇੱਕ ਸੁਰ ਰੱਖ ਲੈਣਗੇ? ਸਰਕਾਰ ਤੇ ਉਹ ਹੈ ਨਹੀਂ, ਉਹ ਤੇ ਲੀਡਰ ਹੈਗੇ ਆ, ਉਹ ਗਾਈਡ ਕਰ ਸਕਦੇ ਆ, ਸਮਝਾ ਸਕਦੇ ਆ, ਲੋਕਾਂ ਦੇ ਵਿੱਚ ਇੱਕ ਸੇਧ ਦੇ ਸਕਦੇ ਜਿਹੜੇ ਲਗਾਤਾਰ ਦੇ ਰਹੇ ਆ। ਜਦੋਂ ਜਨ ਅੰਦੋਲਨ ਬਣ ਜਾਂਦਾ ਤੇ ਜਨ ਦੇ ਵਿੱਚ ਬਹੁਤ ਅਲੱਗ-ਅਲੱਗ ਧਰਾਵਾਂ ਦੇ ਲੋਕ ਆਉਂਦੇ ਆ। ਇਹ ਨੈਸ਼ਨਲ ਮੂਵਮੈਂਟ ਵਿੱਚ ਵੀ ਸੀ, ਇਹ ਅੱਜ ਦੀ ਮੂਵਮੈਂਟ ਵਿੱਚ ਵੀ ਹੈ। ਕੁਝ ਬੰਦੇ ਤੱਤ ਖਿਆਲੀਏ ਆ, ਕੁਝ ਮਿਡਲ ਲੈਵਲ ਦੇ ਹੁੰਦੇ ਆ, ਕੁਝ ਬਿਲਕੁਲ ਹੀ ਕਹਿੰਦੇ ਹੁੰਦੇ ਕਿ ਬਿਲਕੁਲ ਹੀ ਧੀਮੀ ਗਤੀ। ਚਲੋ, ਇਹ ਹਮੇਸ਼ਾ ਹੀ ਸਾਰੀਆਂ ਪਾਰਟੀਆਂ ਦੇ ਵਿੱਚ ਜਾਂ ਮੂਵਮੈਂਟਾਂ ਦੇ ਵਿੱਚ ਇਹ ਧਰਾਵਾਂ ਹੁੰਦੀਆਂ। ਜਿਹੜੇ ਗਏ ਉਹਨਾਂ ਨੂੰ ਲੋਕਾਂ ਨੇ ਕਿਸੇ ਤਰੀਕੇ ਦਾ ਮੂੰਹ ਨਹੀਂ ਲਾਇਆ। ਲੀਡਰਾਂ ਨੇ ਕਿੰਨੇ ਸਖਤ ਸ਼ਬਦਾਂ ਦੇ ਵਿੱਚ ਭਰਤਨਾ ਕਰ ਦਿੱਤੀ ਆ, ਕੱਲ ਵੀ ਕੀਤੀ, ਅੱਜ ਵੀ ਕੀਤੀ ਗਈ ਹੈ। ਰਾਦਰ ਸਰਵਣ ਸਿੰਘ ਪੰਧੇਰ ਦੇ ਆਪਣਾ ਹੀ ਜੇ ਬਿਆਨ ਸੁਣ ਲਓ ਤਾਂ ਉਹ ਵੀ ਕਹਿੰਦੇ ਕਿ ਅਸੀਂ ਤੇ ਕਿਸੇ ਨੂੰ ਉੱਥੇ ਜਾਣ ਲਈ ਨਹੀਂ ਕਿਹਾ, ਅਸੀਂ ਤੇ ਸਿਰਫ ਰਿੰਗ ਰੋਡ ਤੱਕ ਜਾਣ ਲਈ ਕਿਹਾ ਸੀਗਾ, ਅੱਗੇ ਕੌਣ ਚਲੇ ਗਏ, ਕਿਵੇਂ ਚਲੇ ਗਏ। ਹੁਣ ਸਵਾਲ ਇਹ ਹੈ ਕਿ ਇੱਕ ਗੱਲ ਦਾ ਧੱਕਾ ਤੇ ਜ਼ਰੂਰ ਲੱਗਾ ਕਿ ਜਿਹੜੀ ਮਸ਼ਹੂਰੀ ਕਹਿਣਾ ਆ ਜਾਂ ਇਸ ਮੂਵਮੈਂਟ ਨੂੰ ਤਾਕਤ ਮਿਲਣੀ ਸੀ ਸਾਰੀ ਦੁਨੀਆ ਦੇ ਵਿੱਚ, ਕੁਝ ਝਾਕੀਆਂ ਦਾ ਕਿਵੇਂ ਉਹ ਆਰਗੇਨਾਈਜ਼ ਹੋਈ, ਲੀਡਰਸ਼ਿਪ ਕਿਵੇਂ ਗਈ, ਉੱਥੇ ਕੋਈ ਗਲਤੀ ਨਹੀਂ ਹੋਈ ਹੈ, ਲੀਡਰਸ਼ਿਪ ਗਈ ਹੈ ਔਰ ਬਿਲਕੁਲ ਪੀਸਫੁਲ, ਬਿਲਕੁਲ ਉਸ ਕਿਸਮ ਦਾ ਕੋਈ ਉਹਦੇ ਚ ਨਹੀਂ ਸੀ। ਹੁਣ ਜੇ ਕੋਈ ਆਪ ਹੀ ਲੋਕ 100 200 400 ਲੋਕ ਆਪ ਆਪਣੇ ਟਰੈਕਟਰ ਭਜਾ ਕੇ ਕਿਸੇ ਪਾਸੇ ਨੂੰ ਦੂਜੇ ਨੂੰ ਨਿਕਲ ਜਾਣ ਤੇ ਤੁਸੀਂ ਇਸ ਕਿਸਮ ਦੇ ਸਮੁੱਚੇ ਪੰਜਾਬ ਤੋਂ ਜਿਹੜੇ ਇੰਨੇ ਵਹਾ ਆ ਗਿਆ, ਤੁਸੀਂ ਦੇਖੇ, ਮੈਂ ਤੇ ਦੇਖਿਆ ਸਾਰਾ ਕਿੰਨੇ ਸੀਗੇ, ਜਾਣੀ ਤੁਸੀਂ ਜੇ ਲੱਖਾਂ ਚ ਨਾ ਕਹੋ ਤੇ ਕਈ ਹਜ਼ਾਰ ਟਰੈਕਟਰ ਐਉਂ ਲਾਈਨ ਬਣਾ ਕੇ ਜਾ ਰਹੇ ਸੀ, ਜੋਸ਼ ਵਿੱਚ ਜਾ ਰਹੇ ਸੀ। ਤੇ ਇਸ ਨੂੰ ਤੇ ਪੁਲਿਸ ਨੇ ਰੋਕਣਾ ਸੀ, ਐਡਮਿਨਿਸਟ੍ਰੇਸ਼ਨ ਨੇ ਰੋਕਣਾ ਸੀਗਾ। ਜੇ ਤੁਸੀਂ ਕਹੋ ਕਿ ਇੱਥੇ ਜੀ ਇਹਨਾਂ ਨੇ ਕਾਲ ਫਿਰ ਕਿਉਂ ਦਿੱਤੀ, ਇਹ ਸਵਾਲ ਭੁੱਲਰ ਸਾਹਿਬ ਕਰ ਸਕਦੇ ਆ, ਕਾਲ ਕਿਉਂ ਨਾ ਦੇਣ ਜੀ? ਕਾਲ ਜਦ ਉਹ ਤੇ ਸਾਰਿਆਂ ਨੂੰ ਕਹਿਣਗੇ ਕਿ ਇਸ ਮੂਵਮੈਂਟ ਦੇ ਵਿੱਚ ਤੁਸੀਂ ਸਾਰੇ ਸ਼ਾਮਲ ਹੋ, ਇਸ ਨੂੰ ਸਾਰਿਆਂ ਨੂੰ ਐਡਮਿਨਿਸਟਰ ਕਰਨਾ, ਉਹਦਾ ਲਾਅ ਐਂਡ ਆਰਡਰ ਦਾ ਖਿਆਲ ਰੱਖਣਾ ਇਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ। ਸਟੇਟ ਨੇ ਉਲਟੇ ਪਾਸੇ ਨੂੰ ਆਪਣਾ ਰੁਖ ਕਰ ਲਿਆ, ਜਿਹੜੀ ਕਿ ਮਾੜੀ ਗੱਲ। ਓਕੇ ਪ੍ਰਸਾਦ, ਤੁਹਾਡਾ ਵੀ ਪੁਆਇੰਟ ਆ ਗਿਆ ਸਰ, ਥੈਂਕ ਯੂ। ਪੁਲਿਸ ਜੀ, ਤੁਸੀਂ ਆਪਣੀ ਗੱਲ ਵੀ ਜ਼ਰੂਰ ਕਹੋ। ਇੱਕ ਮੈਂ ਸਵਾਲ ਵੀ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਠੀਕ ਹੈ ਕਿ ਜਿੱਦਾਂ ਕੰਗ ਸਾਹਿਬ ਨੇ ਕਿਹਾ, ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਕਹਿ ਰਿਹਾ ਕਿ 2 ਮਹੀਨਿਆਂ ਤੋਂ ਜਿਹੜੇ ਸਿੰਘੂ ਬਾਰਡਰ ਦੇ ਉੱਤੇ, ਦੂਜੇ ਬਾਰਡਰਾਂ ਦੇ ਉੱਤੇ, ਟਿਕਰੀ ਬਾਰਡਰ, ਬਾਕੀ ਗਾਜ਼ੀਪੁਰ ਬੈਠੇ ਸੀ ਇੰਨੇ ਲੰਬੇ ਸਮੇਂ ਤੋਂ। 11 ਮੀਟਿੰਗਾਂ ਉਹਨਾਂ ਦੀਆਂ ਸਰਕਾਰ ਦੇ ਨਾਲ ਹੋਈਆਂ, ਬੇਸਿੱਟਾ ਰਹੀਆਂ। ਕਿਧਰੇ ਕੇਂਦਰ ਸਰਕਾਰ ਇਸ ਗੱਲ ਲਈ ਤਾਂ ਜ਼ਿੰਮੇਵਾਰ ਹੈ ਨਾ ਕਿ ਇੰਨਾ ਲੰਬਾ ਸਫ਼ਰ ਘਰ ਛੱਡ ਕੇ ਲੋਕੀ ਉੱਥੇ ਆ ਕੇ ਬੈਠੇ ਆ, ਵੱਡੀ ਗਿਣਤੀ 'ਚ ਨੌਜਵਾਨ ਆ। ਜਦੋਂ ਕਾਫਲਿਆਂ 'ਚ ਚੱਲਦੇ ਆ, ਇਦਾਂ ਦੇ ਅੰਦੋਲਨ ਹੁੰਦੇ ਆ ਕਿ ਨੌਜਵਾਨ ਭਾਵੁਕ ਹੋ ਕੇ ਕੋਈ ਇਹੋ ਜਿਹੀਆਂ ਭੂਮਿਕਾਵਾਂ ਵੀ ਨਿਭਾ ਦਿੰਦੇ ਆ ਜਿਨ੍ਹਾਂ ਦੇ ਬਾਅਦ 'ਚ ਆ ਕੇ ਸਵਾਲ ਖੜੇ ਹੁੰਦੇ ਆ
ਪਰ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰ ਹੈ ਕਿ ਐਡਾ ਵੱਡਾ ਇੱਕ ਜਨ ਸਲਾਬ ਤੁਹਾਡੀਆਂ ਬਰੂਹਾਂ ਦੇ ਉੱਤੇ ਬੈਠਾ, ਤੁਸੀਂ ਹਰ ਵਾਰ ਬੇਸਿੱਟਾ ਕਹਿ ਕੇ ਉਹਨਾਂ ਨੂੰ ਨਕਸਲੀ ਕਹਿ ਕੇ ਜੇ ਇਦਾਂ ਦੇ ਐਲੀਗੇਸ਼ਨ ਲਾ ਕੇ ਹੁਣ ਇੱਕ ਨਵੀਂ ਜਿਹੜੀ ਹੈਗੀ ਵਿਵਾਦ ਸ਼ੁਰੂ ਹੋ ਗਿਆ। ਕੇਂਦਰ ਦੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ। ਭੁੱਲਰ ਜੀ ਤੁਸੀਂ ਆਪਣੀ ਗੱਲ ਵੀ ਕਿਹੋ, ਪਰ ਇਹ ਮੁੱਦੇ ਤੇ ਵੀ ਮੈਂ ਤੁਹਾਡੇ ਕਮੈਂਟ ਚਾਹਾਂਗਾ ਜੀ। ਸਿੱਧੂ ਸਾਹਿਬ, ਮੈਂ ਇੱਕ ਵਾਰ ਨਹੀਂ ਬਹੁਤ ਵਾਰ ਜਿੰਨੀਆਂ ਡਿਬੇਟਸ ਹੋਈਆਂ ਜਾਂ ਵੈਸੇ ਵੀ ਕਿਤੇ ਗੱਲ ਹੋਈ ਹੈ, ਮੈਂ ਹਮੇਸ਼ਾ ਇੱਕੋ ਗੱਲ ਕਹੀ ਹੈ ਔਰ ਬੜੇ ਠੋਕ ਵਜਾ ਕੇ ਕਹੀ ਹੈ ਭਾਰਤੀ ਕਿਸਾਨ ਸੰਘ ਦੇ ਇੱਕ ਅਹੁਦੇਦਾਰ ਹੋਣ ਦੇ ਨਾਤੇ ਤੇ, ਕਿ ਉੱਪਰ ਜਿਹੜੀ ਲੀਡਰਸ਼ਿਪ ਹੈ ਜੋ ਅੱਜ ਗੱਲਬਾਤ ਕਰ ਰਹੇ ਨੇ, ਚਾਹੇ ਉਹ ਤੋਮਰ ਜੀ ਨੇ, ਚਾਹੇ ਉਹ ਪੀਯੂਸ਼ ਗੋਇਲ ਹੈ, ਚਾਹੇ ਸਾਡੇ ਪੰਜਾਬ ਦੇ ਇੱਕ ਲੀਡਰ ਨੇ, ਇਹ ਇਹਨਾਂ ਦੇ ਵੱਸ ਦੀ ਗੱਲ ਹੈ ਨਹੀਂ। ਉੱਥੇ ਰਾਜਨਾਥ ਵਰਗੇ ਜਿਹੜੇ ਸੀਨੀਅਰ ਲੀਡਰ ਨੇ ਜਾਂ ਗਡਕਰੀ ਵਰਗੇ ਜਿਹੜੇ ਸੀਨੀਅਰ ਲੀਡਰ ਨੇ, ਜਿਹੜੇ ਉਸ ਟੇਬਲ ਤੇ ਬੈਠ ਕੇ ਕੁਛ ਕਿਸੇ ਨੁਕਤੇ ਤੇ ਪਹੁੰਚ ਸਕਣ, ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ ਜਿਹੜੇ ਕੋਈ ਡਿਸੀਜਨ ਲੈ ਸਕਣ। ਕਿਉਂਕਿ ਇਹ ਡਿਸੀਜਨ ਲੈਣ ਦਾ ਕੋਈ ਸਟੇਟਸ ਨਹੀਂ ਬਣਦਾ ਹੈਗਾ। ਠੀਕ ਹੈ, ਮੰਤਰੀ ਹੈਗੇ ਅੱਜ ਦੇ ਤਰੀਕ ਦੇ ਵਿੱਚ, ਲੇਕਿਨ ਟੇਬਲ ਤੇ ਜਿਹੜਾ ਬੈਠ ਕੇ ਤੁਸੀਂ ਕੋਈ ਡਿਸੀਜਨ ਲੈਣਾ ਹੈ, ਉਹ ਰਾਜਨਾਥ ਵਰਗੇ ਜਿਹੜੇ ਸਿਰਕੱਢ ਲੀਡਰ ਨੇ, ਜਿਹੜੇ ਆਪਣੀ ਇੱਕ ਹੋਂਦ ਰੱਖਦੇ ਆ, ਜਾਂ ਜਿਹੜੇ ਗਡਕਰੀ ਜੀ ਵਰਗੇ ਲੀਡਰ ਨੇ, ਜਾਂ ਉਹਨਾਂ ਦੇ ਉੱਪਰ ਜਿਹੜੇ ਲੀਡਰ ਹੋਣ, ਉਹ ਲੋਕ ਬੈਠ ਕੇ, ਜਾਂ ਅਮਿਤ ਸ਼ਾਹ ਜਾਂ ਮੋਦੀ ਸਾਹਿਬ ਆਪ ਬੈਠ ਕੇ ਗੱਲ ਕਰਨ। ਤੋਮਰ ਉਹਨਾਂ ਦੇ ਵੱਸ ਦੀ ਗੱਲ ਹੈ ਨਹੀਂ। ਅਸੀਂ ਬਾਰ-ਬਾਰ ਮੈਂ ਇਹ ਗੱਲ ਕਹੀ ਹੈ ਕਿ ਉਹ ਸਿਰਫ ਔਰ ਸਿਰਫ ਟਾਈਮ ਜ਼ਰੂਰ ਕਢਾ ਸਕਦੇ ਆ, ਲੇਕਿਨ ਕੋਈ ਡਿਸੀਜਨ ਨਹੀਂ ਲੈ ਸਕਦੇ। ਦੂਸਰੀ ਗੱਲ ਜਿਹੜੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਹੀ ਹੈ, ਮੈਂ 9:30 ਔਰ 10 ਦੇ ਵਿੱਚ ਦਾ ਤੁਹਾਨੂੰ ਦੱਸਦਾ ਕਿ ਮੈਂ ਨਿਊਜ਼ ਲਾ ਕੇ ਦੇਖ ਰਿਹਾ ਸੀਗਾ, ਜਿਹੜੇ ਲੋਕ ਤੁਹਾਡੇ ਗਾਜ਼ੀਆਬਾਦ ਸਾਈਡ ਤੋਂ, ਨੋਇਡਾ ਸਾਈਡ ਤੋਂ ਜਿਹੜੇ ਲੋਕ ਚੱਲੇ ਸੀਗੇ, ਉਹਨਾਂ ਦੀ ਜਿਹੜੇ ਵੀ ਚੈਨਲ ਤੇ ਆਪਾਂ ਗੱਲਬਾਤ ਸੁਣ ਰਹੇ ਸੀ ਵੀ ਆਪਨੇ ਕਹਾਂ ਜਾਣਾ ਹੈ, कैसे चल रहे हैं, हर कोई ਦਾ ਇੱਕੋ ਇੱਕ ਸੀਗਾ, ਲਾਲ ਕਿਲੇ ਜਾਣਾ ਹੈ, ਹਮੇ ਲਾਲ ਕਿਲੇ ਜਾਣਾ ਹੈ। ਕਹਿੰਦਾ ਕਿ ਪੰਜਾਬ ਦੀ ਕੋਈ ਲੀਡਰਸ਼ਿਪ ਸੀਗੀ ਦਾ ਪੰਜਾਬ ਦੇ ਕੋਈ ਕਿਸਾਨ ਸੀ, ਲੇਕਿਨ ਜਿਹੜੇ ਯੂਪੀ ਦੇ ਕਿਸਾਨ, ਉਹ ਨੋਇਡਾ ਸਾਈਡ ਦੇ ਜਿਹੜੇ ਕਿਸਾਨ ਸੀਗੇ, ਉਹਨਾਂ ਦੀ ਇੱਕੋ ਇੱਕ ਗੱਲ ਆ ਰਹੀ ਸੀ ਟਰੈਕਟਰਾਂ ਦੇ ਬੈਠੇ ਹੋਏ ਦੀ ਕਿ ਅਸੀਂ ਲਾਲ ਕਿਲੇ ਜਾਣਾ। ਕਿਤਨਾ ਕਿਤੇ ਉਹ ਮੈਸੇਜ ਜਿਹੜਾ ਉਹਦੇ ਤੇ ਫਲੋਟ ਹੋਇਆ ਹੈ, ਕਿਸੇ ਵੀ ਦਾ ਫਲੋਟ ਕੀਤਾ ਹੀ ਹੈ ਉੱਥੇ ਜਾਣ ਵਾਲਾ। ਤੇ ਇਸ ਕਰਕੇ ਇਹ ਜਿਹੜਾ ਕੁਝ ਵੀ ਹੋਇਆ, ਚਾਹੇ ਉਹ ਕਿਸਾਨਾਂ ਦੇ ਲੀਡਰਸ਼ਿਪ ਦੀ ਕਿਤੇ ਨਾ ਕਿਤੇ ਫੇਲੀਅਰ ਰਿਹਾ ਹੋਵੇ, ਚਾਹੇ ਸਰਕਾਰ ਵੱਲੋਂ ਫੇਲੀਅਰ ਰਿਹਾ ਹੋਵੇ, ਜੋ ਵੀ ਹੋਇਆ ਮੰਦਭਾਗਾ ਹੋਇਆ। ਔਰ ਮੈਂ ਫਿਰ ਇਹ ਕਹੂੰਗਾ ਕਿ ਤੁਹਾਡੀ ਗੱਲ ਦਾ ਜਵਾਬ ਫਿਰ ਦੇ ਦਿੰਦਾ ਕਿ ਸਰਕਾਰ ਨੂੰ ਅੱਗੇ ਆ ਕੇ, ਸੀਨੀਅਰ ਲੀਡਰਸ਼ਿਪ ਨੂੰ ਅੱਗੇ ਆ ਕੇ ਢੁਕਵਾਂ ਕੋਈ ਜਿਹੜਾ ਹੈਗਾ ਪਏਗਾ, ਔਰ ਕਿਸਾਨ ਲੀਡਰਸ਼ਿਪ ਨੂੰ ਵੀ ਜਿਸ ਤਰ੍ਹਾਂ ਅਮੈਂਡਮੈਂਟ ਦੀ ਗੱਲ ਚੱਲਦੀ ਹੈ, ਅਮੈਂਡਮੈਂਟ ਕਰਾਉਣ ਦੀ ਗੱਲ ਕਰਨ, ਉਹ 'ਚ ਜਿੰਨੇ ਮੈਕਸਿਮਮ ਅਮੈਂਡਮੈਂਟ ਕਰਾ ਸਕਦੇ ਨੇ ਉਹਨੂੰ ਕਰਾਉਣ। ਰੱਦ ਕਰਨ ਦਾ ਇੱਕ ਆਪਾਂ ਜਿੱਦ ਕੇ ਨਹੀਂ ਚੱਲ ਸਕਦੇ, ਇੱਕ ਅੜੀ ਕਰਕੇ ਨਹੀਂ ਚੱਲ ਸਕਦੇ। ਟੇਬਲ ਤੇ ਜਦੋਂ ਟੇਬਲ ਟਾਕ ਹੁੰਦੀ ਹੈ, ਦੋਨੋਂ ਧਿਰਾਂ ਦਾ ਸਮਝੌਤਾ ਹੁੰਦਾ, ਉਹਦੇ ਤੇ ਵੱਡੇ ਵੱਡੇ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਨੇ, ਔਰ ਅਲਟੀਮੇਟਲੀ ਟੇਬਲ ਟਾਕ ਤੇ ਆ ਕੇ ਸਮਝੌਤਾ ਹੁੰਦਾ ਹੈ। ਆਪਾਂ ਅੜ ਕੇ ਨਹੀਂ ਚੱਲ ਸਕਦੇ। ਇਹ ਗੱਲ ਜਿਹੜੀ ਕਿਸਾਨ ਲੀਡਰਸ਼ਿਪ ਨੂੰ ਵੀ ਸਮਝਣੀ ਚਾਹੀਦੀ ਹੈ, ਔਰ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਹੈ। ਓਕੇ, ਥੈਂਕ ਯੂ ਵੈਰੀ ਮਚ ਭੁੱਲਰ ਜੀ, ਤੁਹਾਡਾ ਵੀ ਪੁਆਇੰਟ ਆ ਗਿਆ। ਕੰਗ ਸਾਹਿਬ ਤੁਸੀਂ ਭੁੱਲਰ ਸਾਹਿਬ ਦੇ ਜਿਹੜੇ ਕਮੈਂਟਸ ਆ ਉਹਨਾਂ ਦਾ ਜਵਾਬ ਵੀ ਜ਼ਰੂਰ ਦਿਓ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ, ਉਹਦੇ ਚ ਅਮੈਂਡਮੈਂਟਸ ਜਿਹੜੀਆਂ ਕਰਵਾਉਣੀਆਂ ਕਰਵਾ ਲਓ। ਇੱਕ ਗੱਲ। ਦੂਜੀ ਗੱਲ, ਜਿਹੜਾ ਜਿੱਦਾਂ ਮੈਂ ਕਿਹਾ ਕਿ ਇਸ ਵੇਲੇ ਜਿਹੜੇ ਕਿਸਾਨ ਅੰਦੋਲਨ ਦੇ ਸ਼ੁਭ ਚਿੰਤਕ ਆ, ਉਹਨਾਂ ਵੱਲੋਂ ਜਿਹੜਾ ਸਵਾਲ ਉੱਠ ਰਿਹਾ ਹੈ, ਜਿਹਦਾ ਜਵਾਬ ਪ੍ਰੋਫੈਸਰ ਮਨਜੀਤ ਸਿੰਘ ਨੇ ਦਿੱਤਾ, ਕੀ ਕਿਸਾਨੀ ਅੰਦੋਲਨ ਜਿਹੜਾ ਉਸੇ ਬੁਲੰਦੀ 'ਚ ਜਾਰੀ ਰਹੇਗਾ? ਕਿਉਂਕਿ ਤੁਸੀਂ ਵੀ ਸਿੱਧੇ ਤੌਰ ਤੇ ਜੁੜੇ ਹੋ ਉਸ ਮੂਵਮੈਂਟ ਦੇ ਨਾਲ। ਜੀ ਕੰਗ ਜੀ। ਪਹਿਲੀ ਗੱਲ ਤੇ ਜਿਹੜਾ ਜ਼ਿਕਰ ਕੀਤਾ ਭੁੱਲਰ ਸਾਹਿਬ ਨੇ, ਯੂਪੀ ਦੇ ਕਿਸਾਨਾਂ ਨੇ ਤੇ ਰਕੈਸਟ ਕੈਦ ਉੱਥੇ ਅਗਵਾਈ ਕਰ ਰਹੇ ਗਾਜੀਪੁਰ ਬਾਰਡਰ ਦੀ, ਉਹਨਾਂ ਨੇ ਸਪਸ਼ਟ ਕਰਤਾ ਹੈ ਵੀ ਉਹਨਾਂ ਦੇ ਕਿਸਾਨਾਂ ਨੂੰ ਜਿਹੜਾ ਰੂਟ ਦਿੱਤਾ ਗਿਆ ਸੀ ਉੱਥੋਂ ਡਾਇਵਰਟ ਕੀਤਾ ਹੈ ਪੁਲਿਸ ਨੇ ਲਾਲ ਕਿਲੇ ਵੱਲ ਨੂੰ। ਉਹ ਕਿਸਾਨ ਆਪਣੀ ਮਰਜ਼ੀ ਨਾਲ ਨਹੀਂ ਗਏ। ਇੱਕ ਗੱਲ ਇੱਕ ਕਲੀਅਰ ਹੋ ਗਿਆ। ਦੂਸਰੀ ਜਿਹੜੀ ਗੱਲ ਹੈ ਵੀ ਇਹ ਜਿਹੜਾ ਲੱਖਾਂ ਦੀ ਤਾਦਾਦ 'ਚ ਕਿਸਾਨ ਆਏ ਆ, ਲੱਖਾਂ ਦੀ ਤਾਦਾਦ 'ਚ ਕਿਸਾਨ ਆਏ, ਕਿਆ ਕਿਸੇ ਦੁਕਾਨ ਨੂੰ ਅੱਗ ਲੱਗੀ? ਕਿਆ ਕਿਸੇ ਨਾਲ ਮਿਸਬਿਹੇਵ ਹੋਇਆ? ਕਿਆ ਕਿਸੇ ਨੂੰ ਲੁੱਟ ਪਾਟ ਹੋਈ? ਕਿਸੇ ਨਾਲ ਛੇੜਖਾਨੀ ਹੋਈ? ਕਿਸਾਨਾਂ ਨੇ ਕੋਈ ਕਿਸਾਨਾਂ ਦੀ ਨਾ ਮਨਸ਼ਾ ਆ, ਨਾ ਕਿਸਾਨਾਂ ਨੇ ਕੀਤਾ ਆ। ਔਰ ਇਹ ਵੇਖੋ ਕਿਤੇ ਨਾ ਕਿਤੇ ਸੈਂਟਰ ਪੁਆਇੰਟ ਸਾਰਾ ਲਾਲ ਕਿਲੇ ਨੂੰ ਬਣਾ ਦਿੱਤਾ ਗਿਆ, ਮੀਡੀਆ 'ਚ ਵੀ ਬਣਾ ਦਿੱਤਾ ਗਿਆ, ਔਰ ਬੀਜੇਪੀ ਸਰਕਾਰ ਨੇ ਸਾਰਾ ਸੈਂਟਰਲ ਔਰ ਉੱਥੋਂ ਦੀ ਘਟਨਾਕ੍ਰਮ ਦਿਖਾ ਰਹੇ ਆ। ਨਾ ਤੇ ਦਿਖਾ ਰਹੇ ਟਿਕਰੀ ਬਾਰਡਰ ਦੀ ਪਰੇਡ, ਨਾ ਸਿੰਘੂ ਬਾਰਡਰ ਦੀ ਪਰੇਡ, ਨਾ ਸ਼ਾਹਜਹਾਂਪੁਰ ਦੀ ਪਰੇਡ, ਨਾ ਪਲਵਲ ਦੀ ਪਰੇਡ। ਉਹ ਕਿਤੇ ਨਹੀਂ ਦਿਖਾਇਆ ਜਾ ਰਿਹਾ, ਸਿਰਫ ਤੇ ਸਿਰਫ ਲਾਲ ਕਿਲੇ ਨੂੰ ਦਿਖਾਇਆ ਜਾ ਰਿਹਾ। ਕਿਉਂਕਿ ਉਹ ਲਾਲ ਕਿਲੇ ਤੇ ਸਾਰੀ ਜਿਹੜੀ ਜਿਹਨੂੰ ਕਹਿ ਲਓ ਵੀ ਪਿਕਚਰ ਸਾਰੀ ਜਿਹੜੀ ਕ੍ਰੀਏਟ ਕੀਤੀ ਗਈ ਸੀ ਭਾਰਤ ਦੀ ਸਰਕਾਰ ਨੇ, ਔਰ ਇਹ ਜਿਹੜੇ ਲੀਡਰਾਂ ਦੇ ਮੈਂ ਨਾਂ ਲਏ ਉਹਨਾਂ ਨਾਲ ਮਿਲ ਕੇ। ਆਹ ਵੇਖੋ ਕੰਗ ਜੀ, ਮੈਂ ਇੱਕ ਹੋਰ ਐਗਜ਼ਾਮਪਲ ਦੇ ਕੰਗ ਜੀ, ਨਿਸ਼ਾਨ ਸਾਹਿਬ ਜਿਹੜੇ ਉੱਥੇ ਚਲਾਏ ਗਏ ਆ, ਨਿਸ਼ਾਨ ਸਾਹਿਬ ਉਹ ਆਰਮੀ ਦੀਆਂ ਜਿਹੜੀਆਂ ਗੱਡੀਆਂ ਉਹਨਾਂ ਤੇ ਵੀ ਲੱਗੇ ਹੁੰਦੇ ਆ, ਆਰਮੀ ਵੀ ਉਹਨਾਂ ਦਾ ਸਨਮਾਨ ਕਰਦੀ, ਉੱਥੇ ਲਗਾਏ ਜਾਂਦੇ ਆ। ਔਰ ਚਾਹੇ ਸਾਡੇ ਲੰਗਰ ਲੱਗਣ, ਸਿੱਖ ਜਿੱਥੇ ਵੀ ਜਾਂਦੇ ਆ ਨਿਸ਼ਾਨ ਸਾਹਿਬ ਆਪਣਾ ਨਾਲ ਲੈ ਕੇ ਜਾਂਦੇ ਆ।
ਲੇਕਿਨ ਗੋਦੀ ਮੀਡੀਆ ਨੇ ਜਾਣ ਬੁੱਝ ਕੇ ਕੱਲ ਪ੍ਰਚਾਰਿਆ ਉਹਨੂੰ ਖਾਲਿਸਤਾਨ ਦਾ ਨਾਮ ਦੇ ਕੇ, ਔਰ ਬੀਜੇਪੀ ਦੇ ਲੀਡਰਾਂ ਨੇ ਵੀ ਪ੍ਰਚਾਰਿਆ। ਉਹਦਾ ਬੁਨਿਆਦੀ ਫਰਕ ਹੈ ਬਹੁਤ। ਖਾਲਿਸਤਾਨ ਦੀ ਹਮਾਇਤ ਕੌਣ ਕਰਦਾ? ਪਤਵੰਤ ਪੰਨੂ, ਗੁਰਪਤਵੰਤ ਪੰਨੂ, ਕ੍ਰੀਏਟਡ ਬਾਈ ਦਾ ਇੰਡੀਅਨ ਏਜੰਸੀ। तो सारी मिली भुगत है। मोदी सरकार ਨੂੰ डर ਜਿਹੜਾ ਸੀ ਸਿੱਧੂ ਸਾਹਿਬ, क्योंकि कल सारे देश के सारे शहरों च प्रोटेस्ट होया, बेंगलोर प्रोटेस्ट होया, ग्वालियर होया, इंदौर च होया, इलाहाबाद ਜਿਹੜਾ प्राइम मिनिस्टर साहब का कॉन्स्टिट्यूंसी लोक सभा उत्थे होया, अपना राजस्थान च होया, तमिलनाडु च होया। वो हरेक शहर छोटे वड्डे च देश च प्रोटेस्ट होया। मोदी सरकार नहीं चाहती सी भी ये सारियां सुर्खियां बनन सारे मुल्क वाइज। मेरे को फोटोआं पईयां हरेक शहर वाइज, अज एनडीटीवी ने भी शेयर कीतियां। वो सारी चीज नू मतलब मीडिया चो गायब कर लिया। कॉन्सिक्वेंसी गोदी मीडिया, मोदी सरकार ने, और ये जेडे नाम लैन असीं जेडे किसान लीडर जेडे संयुक्त किसान मोर्चे का हिस्सा नहीं आ, उन्होंने मिलके ये तार पीड़ो करने की कोशिश की है। लेकिन जिथों तक किसान अंदोलन की गल है, किसान अंदोलन च लगातार होर ताकत वधनी आ। लोगों ने बड़ा इनू बड़ा जिन्नू कह लो ना रिएक्ट किया है। सरकार ये फस जानी अगले 2 दिन तुम देखियो। सरकार दियां सारियां साजिशां, पुलिस दियां वीडियो सीसीटीवी कैमरे तोड़न दियां बाहर आ गईयां, पुलिस दियां वीडियो ट्रैक्टरां ते तिरंगियां नू झंडे मारन दियां बाहर आ गईयां, पुलिस दियां और जेडे बीजेपी के गुंडे सी उन्हां दे पत्थर हटा रहे लाल किले तो, उन्हां दियां तस्वीरां बाहर आ गईयां। तो सारी कॉन्सिक्वेंसी जिहड़ी है आने वाले टाइम च उजागर हो जानी है। किसान अंदोलन होर ताकत बढ़ूगा। रही गल रीअपील करनी जिहड़ी भुल्लर साहब ने कही है, जो सरकार मानती है भी ये कानून गलत बने आ, और उस तो भी वड्डी गल जो खेती सूबे का अधिकार है तो सेंटर सरकार उत्ते कानून बना ही नहीं सकती, तो उन्हें वापस लावे और सेंटर स्टेटां नूं कह दे भी तुसीं अपने अपने हिसाब नाल खेती ते कानून बनाओ, मॉडल एक्ट बना दे। इस करके भुल्लर साहब का यह कहना भी रीअपील करन दी आपां नूं जिद नहीं करनी चाहिए। क्यों नहीं जिद करांगे? ये फैडरल स्ट्रक्चर की गल है, सूबे के वध अधिकारां की गल है, खेती सूबे का अधिकार है। इस करके सेंटर नूं इस कानून वापस लेने चाहिए। बिल्कुल ठीक। प्रोफेसर मनजीत सिंह, यो सवाल जिहड़ा हैगा भुल्लर साहब ने कहा कि रिपील कराउण ते क्यों जिद फड़ी है, सोधां जिन्नियां मर्जी करा लो, हुण जिथे आके अंदोलन खड़ा होया है, तुहानूं लगदा है कि इस मामले दे उत्ते हुण कोई सहमति बन सकदी है सोधां नूं लैके? प्रोफेसर मनजीत सिंह जी, नहीं, ये सारी एक्सरसाइज पहला हो चुकी है। मैं तुहानूं पहला तुहाडी गल दा जवाब देण तो इन्ना मैं निक्की जी गल कह दियां, ये एपीसोड सिर्फ 1-2 दिन चलूगा, ਇਹਦਾ कोई बहुता असर नहीं होना। जन अंदोलन इन्ना व्यापक है, ये ਉਹਦੇ ਚ बहुत ही फ्रिंज एलीमेंट बन जाना। SYL ਦਾ ਮੁੱਦਾ ਕਿੰਨਾ ਖੱਟੜ ਸਾਹਿਬ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਇੱਕ ਦਿਨ ਚੱਲਿਆ ਦੂਜੇ ਦਿਨ ਬੰਦ ਹੋ ਗਿਆ। ਹੋਰ ਬਹੁਤ ਕੁਝ ਇੱਥੇ ਹੋਇਆ, ਉਹ ਨਹੀਂ ਚੱਲੂਗਾ ਕਿ ਲੋਕਾਂ ਨੂੰ ਇੰਨਾ ਜ਼ਿਆਦਾ ਸਾਫ਼ ਸੁਥਰਾ ਦਿਖਣ ਲੱਗ ਗਿਆ। असली गल तो मैं इदों अगली गल कहना, तुसी मुद्दियां दी गल तो है ही है, इहदे तो अंदाजा लाना चाहिए कि लोकां दे विच इन्नी एक बेभरोसगी सरकार प्रति है, लीडरशिप प्रति, जिहड़ी देश की लीडरशिप हैगी इस वेले गवर्नेंस दे विच, उन्हां प्रति इन्नी बेभरोसगी है। वो मनना ही नहीं चाहते किसी किस्म का भी कि इहनूं अमेंड कर लो। वो कहंदे आ कि असीं ते सस्पेंड भी नहीं करना। 3 साल तक सरकार अंदरों अंदरी तैयार सी कि 3 साल तक असीं इहनूं लागू करना बंद कर दिंदे आ। अमेंडमेंट तो अगला स्टैप सीगा, उदों तक गवर्नमेंट का टर्म खत्म हो जूगी, इस तरीके का कोई राह कढ़ लो भी सप भी मर जाए सोटा ना टुटे। ਉਹਦੇ ਤੇ भी लोग ਜਿਹੜੇ ਆ बिल्कुल तैयार नहीं है। किसानां नूं मैं आप जाके इंटरव्यू करके आया, वो कहते जी असीं ते इक्को गल कि खत्म करने आ, सानू कोई भरोसा नहीं कल नूं फिर दोबारा लागू कर देणगे। वो अपनी जिहड़ी वर्ल्डली विजडम है, वो कहते कि अज इत्थे असीं किसी पटवारी की शिकायत करते हैं, उन्होंने सस्पेंड करते हैं, महीने बाद वो फिर रीहैबिलिटेट हो जाता। इहो ही साडे कानूनां नाल होऊगा। उन्हां दी तुसीं जिहड़ी अपनी जिंदगी के तजर्बियां की विजडम दे विच उन्हां नूं इहो जिहे शंके हैगे। पर मैनूं एक गल चंगी लगी भुल्लर साहब की कि घट्टो घट्ट उन्होंने ये साफ साफ कहता कि ਜਿਹੜੇ ਬੰਦੇ ਗੱਲਬਾਤ ਕਰਨ ਆਉਂਦੇ ਆ, ਇਹਨਾਂ ਨੇ ਅੱਗੇ ਵੀ ਕਹੀ ਆ, ਮੇਰੇ ਨਾਲ ਕਹੀ ਆ, ਇੱਕ ਹੋਰ ਚੈਨਲ ਤੇ ਕਹੀ ਸੀ ਬੜੇ ਦਿਨ ਪਹਿਲਾਂ ਕਿ ਇਹ ਬੰਦੇ ਜਿਹੜੇ ਮਿਨਿਸਟਰ ਸਾਹਿਬ ਨਹੀਂ ਜੀ ਇਸ ਚੈਨਲ ਤੇ ਵੀ ਉਹ ਕਹਿ ਚੁੱਕੇ ਆ ਭੁੱਲਰ ਸਾਹਿਬ ਪਹਿਲਾਂ, ਬਹੁਤ ਸਮਾਂ ਪਹਿਲਾਂ। ਹਾਂ ਬਿਲਕੁਲ, ਉਹ ਕਹਿੰਦੇ ਕਿ ਕਾਬਿਲ ਹੀ ਨਹੀਂ ਹੈ, ਇਸ ਗੱਲ ਦੇ ਕਾਬਿਲ ਹੀ ਨਹੀਂ ਕਿ ਉਹ ਕਿਸੇ ਤਰੀਕੇ ਨਾਲ ਇੰਨੇ ਜਿਹੜੇ ਮੰਝੇ ਹੋਏ ਲੀਡਰਸ਼ਿਪ ਆ ਕਿਸਾਨਾਂ ਦੀ, ਉਹਨਾਂ ਨਾਲ ਕੋਈ ਨੈਗੋਸ਼ੀਏਟ ਕਰ ਸਕਣ। ਉਹਨਾਂ ਨੂੰ ਤੋਤੇ ਵਾਂਗੂ ਜਿੰਨੇ ਕੁ ਸ਼ਬਦ ਉੱਥੇ ਦੱਸੇ ਜਾਂਦੇ ਆ, ਉਹ ਆ ਕੇ
ਉਹਨੇ ਕ ਤੋਤੇ ਵਾਂਗੂ ਸ਼ਬਦ ਅੱਗੇ ਬੋਲ ਦਿੰਦੇ ਆ। ਆਪਣਾ ਜਿਹੜੀ ਇੱਕ ਇਨੋਵੇਸ਼ਨ ਹੁੰਦੀ ਆ ਜਾਂ ਕ੍ਰੀਏਟਿਵਿਟੀ ਹੁੰਦੀ ਆ, ਕਿਸੇ ਕਿਸਮ ਦੀ ਉੱਥੇ ਫਲੈਕਸੀਬਿਲਿਟੀ ਹੁੰਦੀ ਆ, ਉਹ ਸ਼ੋ ਹੀ ਨਹੀਂ ਕਰਦੇ, ਭਰੋਸਾ ਨਹੀਂ ਲੈ ਪਾਉਂਦੇ। ਜਾ ਕੇ ਬਾਹਰ ਜਾ ਕੇ ਫਿਰ ਪੁੱਛਣ ਲੱਗ ਜਾਂਦੇ, ਜਿਵੇਂ ਛੋਟਾ ਜਿਹਾ ਬੱਚਾ ਜਿਹੜਾ ਵਾ ਮਾਸਟਰ ਨੂੰ ਬਾਰ-ਬਾਰ ਪੁੱਛ ਕੇ ਗੱਲਾਂ ਕਰਦਾ ਜਾਂ ਮਾਂ ਪਿਓ ਨੂੰ ਬਾਰ-ਬਾਰ ਪੁੱਛ ਕੇ ਕਰਦਾ। ਅੱਗੇ ਉਹ ਹਾਲਤ ਇਸ ਕਮੇਟੀ ਦੀ ਬਣੀ ਹੋਈ। ਇਹਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਕਮੇਟੀ ਵੀ ਬਦਲ ਕੇ ਕੋਈ ਨਾ ਕੋਈ ਇਹਦਾ ਹੱਲ ਕੱਢਣਾ ਚਾਹੀਦਾ। ਨਹੀਂ ਤੇ ਜੇ ਇਹ ਲੰਮਾ ਹੁੰਦਾ ਰਿਹਾ ਸਿੱਧੂ ਸਾਹਿਬ, ਜਿਸ ਤਰ੍ਹਾਂ ਹੁਣ ਇੰਨਾ ਲੰਮਾ ਹੋ ਗਿਆ, ਇਹ ਦੇਸ਼ ਵਿਆਪੀ ਵੱਡਾ ਜਨ ਅੰਦੋਲਨ ਹੋਰ ਰੂਪ ਲਊਗਾ। ਇਹ ਜਿਹੜੀ ਕੱਲ ਵਾਲੀ ਗੱਲ ਹੋਈ ਆ 26 ਬੜੀ ਮੰਦਭਾਗੀ ਹੋਈ ਆ, ਪਰ ਬਹੁਤ ਛੇਤੀ ਲੋਕ ਇਹਦੇ ਚੋਂ, ਇਸ ਸਦਮੇ ਚੋਂ ਬਾਹਰ ਆ ਜਾਣਗੇ। ਬਿਲਕੁਲ ਪੁਲਿਸ ਸਾਹਿਬ, ਜਿਹੜੀਆਂ ਘਟਨਾਵਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ, ਉਹਨਾਂ ਘਟਨਾਵਾਂ ਨੂੰ ਕੋਈ ਵੀ ਚੰਗਾ ਨਹੀਂ ਕਹੇਗਾ। ਮੰਦਭਾਗੀਆਂ ਘਟਨਾਵਾਂ, ਕਿਸੇ ਨੇ ਵੀ ਨਹੀਂ ਕਿਹਾ ਕਿ ਨੈਸ਼ਨਲ ਫਲੈਗ, ਕੌਮੀ ਤਿਰੰਗੇ ਦਾ ਸਾਰੇ ਸਤਿਕਾਰ ਕਰਦੇ ਆ, ਸਭ ਦਾ ਮਾਣ ਹੈ। ਪਰ ਜਿਸ ਤਰੀਕੇ ਨਾਲ ਮੀਡੀਆ ਦੇ ਕਿਸ ਵੱਲੋਂ ਇਹ ਗੱਲ ਫੈਲਾਈ ਗਈ ਹੈ, ਜਿਹੜੀ ਗੱਲ ਕੰਗ ਜੀ ਨੇ ਵੀ ਕੀਤੀ ਹੈ, ਆਪਾਂ ਸਾਰੇ ਪੰਜਾਬੀ ਹੈ, ਜਿਹੜਾ ਖਾਲਸਾਈ ਰੰਗ ਹੈ, ਖਾਲਸਾਈ ਝੰਡੇ ਹੈ, ਉਹ ਕੋਈ ਖਾਲਿਸਤਾਨ ਦੀ ਗੱਲ ਨਹੀਂ, ਆਪਣੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਹੈ। ਆਪਣੇ ਘਰਾਂ ਦੇ ਉੱਤੇ, ਆਪਣੇ ਹੋਰ ਧਾਰਮਿਕ ਸਥਾਨਾਂ ਦੇ ਉੱਤੇ, ਇਸ ਤਰ੍ਹਾਂ ਜਿਹੜੀਆਂ ਹੋਰ ਜਗ੍ਹਾ ਦੇ ਉੱਤੇ ਜਿੱਥੇ ਸੰਗਤ ਜੁੜਦੀ ਹੈ, ਇਦਾਂ ਦੇ ਖਾਲਸਾਈ ਰੰਗ ਦੇ ਝੰਡੇ ਹੈਗੇ ਆ, ਨਿਸ਼ਾਨ ਝੂਲਦੇ ਆ। ਕੋਈ ਖਾਲਿਸਤਾਨ ਦਾ ਝੰਡਾ ਤਾਂ ਨਹੀਂ ਹੈ, ਪਰ ਜਿਸ ਤਰ੍ਹਾਂ ਆਪਣੇ ਆਪ ਆਪਾਂ ਉਸ ਨੂੰ ਹਵਾ ਦੇ ਰਹੇ ਹਾਂ, ਜਦੋਂ ਕਿ ਤੁਸੀਂ ਦੱਸੋ ਪੰਜਾਬ 'ਚ ਵੱਖਵਾਦ ਕਿਹੜੀ ਗੱਲ ਹੈ? ਜੀ ਭੁੱਲਰ ਜੀ। ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਲਾਲ ਕਿਲੇ ਦੇ ਉੱਤੇ ਹਰ ਸਾਲ ਇੱਕ ਵਾਰ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਹੈ ਵਿਜੇ ਦਿਵਸ ਦੇ ਉੱਤੇ। ਜੀ ਬਿਲਕੁਲ, ਇਹ ਕੋਈ ਪਹਿਲੀ ਵਾਰ ਨਹੀਂ ਹੈ ਵੀ ਉੱਥੇ ਕੋਈ ਨਿਸ਼ਾਨ ਸਾਹਿਬ ਚਲਾਤਾ ਤੇ ਉਹਦੇ ਨਾਲ ਕੋਈ ਹੋ ਗਿਆ। ਔਰ ਨਿਸ਼ਾਨ ਸਾਹਿਬ ਦੀ ਇੱਜ਼ਤ ਜਿਹੜੀ ਹੈਗੀ ਹੈ, ਇਕੱਲਾ ਸਿੱਖ ਪੰਥ ਨਹੀਂ, ਬਹੁਤ ਸਾਰੇ ਲੋਕ ਹੋਰ ਵੀ ਕਰਦੇ ਹੈ, ਕਿਉਂਕਿ ਇਸ ਨਿਸ਼ਾਨ ਵਾਸਤੇ ਬੜੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਔਰ ਇਸ ਦੇਸ਼ ਦੇ ਆਪਾਂ ਜਿਹਨੂੰ ਹਿੰਦੀ ਚਾਦਰ ਕਹਿੰਦੇ ਆ, ਲਾਲ ਕਿਲੇ ਤੋਂ ਦੇ ਸਾਹਮਣੇ, ਤੇ ਇਸ ਕਰਕੇ ਉੱਥੇ ਨਹੀਂ ਹੈਗਾ ਵੀ ਹਾਂ। ਲੇਕਿਨ ਹਾਂ, ਜਿਸ ਤਰੀਕੇ ਨਾਲ ਚਲੋ ਮਿਸਗਾਈਡ ਕੀਤਾ ਜਾ ਰਿਹਾ ਵੀ ਖਾਲਿਸਤਾਨ ਦਾ ਝੰਡਾ ਹੈ, ਖਾਲਿਸਤਾਨ ਦਾ ਝੰਡਾ ਨਹੀਂ ਹੈ। ਅਸੀਂ ਨਹੀਂ ਕਹਿੰਦੇ ਵੀ ਇਹ ਖਾਲਿਸਤਾਨ ਦਾ ਝੰਡਾ ਹੈ। ਮੈਂ ਬੀਇੰਗ ਅ ਪੰਜਾਬੀ, ਬੀਇੰਗ ਅ ਸਿੱਖ, ਮੈਂ ਕਹਿੰਦਾ ਹੈ ਵੀ ਇਹ ਖਾਲਿਸਤਾਨ ਦਾ ਝੰਡਾ ਨਹੀਂ ਹੈਗਾ। ਲੇਕਿਨ ਜਿਸ ਤਰੀਕੇ ਨਾਲ ਵੀ ਉੱਥੇ ਜਾ ਕੇ ਕੀਤਾ ਗਿਆ, ਉਹ ਤਰੀਕਾ ਠੀਕ ਨਹੀਂ ਸੀ। ਉਸ ਤਰੀਕੇ ਨਾਲ ਉੱਥੇ ਨਹੀਂ ਸੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹਦੇ ਨਾਲ ਕਿਸਾਨ ਜਗਤ ਔਰ ਜਿਹੜਾ ਸਿੱਖੀਜ਼ਮ ਹੈ, ਉਹਨੂੰ ਢਾਹ ਲੱਗੀ ਹੈ ਕਿਤੇ ਨਾ ਕਿਤੇ ਉਹ ਬਦਨਾਮ ਹੋਇਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਉੱਥੇ। ਜੀ ਓਕੇ, ਥੈਂਕ ਯੂ ਵੈਰੀ ਮਚ। ਲਾਸਟ ਕਮੈਂਟ ਕੰਗ ਜੀ। ਇੱਕ ਤਾਂ ਹੈ ਕਿ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਫੌਰੀ ਤੌਰ ਤੇ ਦਖਲ ਦੇ ਕੇ ਮਾਮਲਾ ਨਿਪਟਾਉਣਾ ਚਾਹੀਦਾ ਹੈ, ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਨੇ ਵੀ ਕਿਹਾ। ਦੂਜਾ, ਜਿਹੜੀਆਂ ਕੱਲ੍ਹ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਮਾੜੀਆਂ ਘਟਨਾਵਾਂ, ਉਹਨਾਂ ਦੀ ਕੋਈ ਵੀ ਹਮਾਇਤ ਨਹੀਂ ਕਰੇਗਾ, ਵਾਇਲੈਂਸ ਦੀ ਕੋਈ ਵੀ ਹਮਾਇਤ ਨਹੀਂ ਕਰੇਗਾ। ਪਰ ਜਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਇੱਕ ਖਾਸ ਰੰਗਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਖਾਲਸੇ ਝੰਡੇ ਨੂੰ ਖਾਲਿਸਤਾਨ ਨਾਲ ਜੋੜ ਕੇ, ਇਹ ਵੀ ਆਪਣੇ ਆਪ 'ਚ ਮੰਦਭਾਗੀ ਗੱਲ ਹੈ। ਇਹ ਵੀ ਨਹੀਂ ਵਾਪਰਨਾ ਚਾਹੀਦਾ। ਦੇਖੋ, ਗੱਲ ਇਹ ਆ, ਜਿਹੜੇ 100 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਉਹਦੇ ਲਈ ਜ਼ਿੰਮੇਵਾਰ ਵੀ ਪ੍ਰਧਾਨ ਮੰਤਰੀ ਔਰ ਭਾਜਪਾ ਹੈ। ਕੱਲ ਜਿਹੜਾ ਨੌਜਵਾਨ ਸ਼ਹੀਦ ਹੋਇਆ, ਉਹਦੇ ਲਈ ਜ਼ਿੰਮੇਵਾਰ ਵੀ ਦੇਸ਼ ਦੀ ਸਰਕਾਰ ਹੈ। ਕਿਉਂ ਨਹੀਂ ਮੋਦੀ ਸਰਕਾਰ ਵਾਪਸ ਲੈਂਦੀ? ਕਿਉਂ ਇੰਨੀ ਠੰਡ 'ਚ ਕਿਸਾਨਾਂ ਨੂੰ ਤਸ਼ੱਦਦ ਝੱਲਣ ਲਈ ਮਜਬੂਰ ਕੀਤਾ ਹੋਇਆ? ਪਿਛਲੇ 60-70 ਦਿਨਾਂ ਤੋਂ ਇੰਨੇ ਪੀਸਫੁਲੀ ਦਿੱਲੀ 'ਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ, ਉਹਨੂੰ ਜਾਣ ਬੁੱਝ ਕੇ ਬੀਜੇਪੀ ਔਰ ਸਰਕਾਰ ਔਰ ਇਹਦਾ ਮੀਡੀਆ ਜਿਹੜਾ ਹੈ, ਉਹਨੂੰ ਹਮੇਸ਼ਾ ਉੱਤੇ ਇੰਟੈਂਸ਼ਨ ਡਾਇਵਰਟ ਕਰਦਾ ਹੈ। ਕੱਲ ਵੀ ਇਹਨਾਂ ਨੇ ਪਬਲਿਕ ਓਪੀਨੀਅਨ, ਜਿਹੜੀ ਪਬਲਿਕ ਪਰਸੈਪਸ਼ਨ ਹੈ, ਉਹਨੂੰ ਜਿਹੜੀ ਕਿ ਹਜੇ ਤੱਕ ਲੋਕਾਂ ਦੀ ਹਮਦਰਦੀ ਕਿਸਾਨਾਂ ਨਾਲ ਜੁੜੀ ਹੈ, ਉਹਨੂੰ ਬਦਲਣ ਵਾਸਤੇ ਇਹ ਸਾਰਾ ਡਰਾਮਾ ਰਚਿਆ ਹੈ। ਇਹਦੇ ਲਈ ਸਿੱਧੇ ਪ੍ਰਧਾਨ ਮੰਤਰੀ ਸਾਹਿਬ ਔਰ ਉਹਦੀ ਸਰਕਾਰ ਜ਼ਿੰਮੇਵਾਰ ਹੈ, ਕੋਈ ਦੋ ਰਾਏ ਨਹੀਂ ਹੈ। ਗੱਲ ਤੇ ਸਿੱਧੂ ਸਾਹਿਬ ਇਹ ਹੋਣੀ ਚਾਹੀਦੀ ਸੀ ਵੀ ਕਿਸਾਨਾਂ ਦਾ ਜਿਹੜਾ ਮਰਡਰ ਹੋਇਆ ਉਹ ਕਿਹਨੇ ਕੀਤਾ। ਗੱਲ ਤੇ ਹੋਣੀ ਚਾਹੀਦੀ ਸੀ ਕਿਸਾਨਾਂ ਦਾ ਜਿਹੜਾ ਰੂਟ ਡਾਇਵਰਟ ਹੋਇਆ ਉਹ ਕਿਉਂ ਹੋਇਆ, ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਗੱਲ ਤੇ ਸਾਰੀਆਂ ਇਹ ਹੋਣੀ ਚਾਹੀਦੀ, ਕਿਸਾਨਾਂ ਨੂੰ ਬੇਸਿਕ ਪਾਣੀ, ਬਾਕੀ ਸੁਵਿਧਾਵਾਂ ਸਰਕਾਰ ਨਹੀਂ ਦੇ ਰਹੀ, ਔਰ ਤੇ ਚਰਚਾ ਹੋਣੀ ਚਾਹੀਦੀ ਸੀ। ਔਰ ਗੱਲ ਕੀ ਹੋ ਰਹੀ ਹੈ ਵੀ ਲਾਲ ਕਿਲੇ ਤੇ ਝੰਡਾ ਚਲਾਤਾ ਜੀ, ਫਲਾਨਾ ਹੋ ਗਿਆ ਜੀ, ਢਿਕਾਨਾ ਹੋ ਗਿਆ। ਇਹ ਕਿਤੇ ਨਾ ਕਿਤੇ ਸਾਰੇ ਕਿਸਾਨ ਅੰਦੋਲਨ ਨੂੰ ਇੰਟੈਂਸ਼ਨ ਡਾਇਵਰਟ ਕਰਨ ਦੀ, ਮੀਡੀਆ 'ਚ ਨੈਗੇਟਿਵਿਟੀ ਫੈਲਾਉਣ ਦੀ ਸਾਜ਼ਿਸ਼ ਮੋਦੀ ਸਾਹਿਬ ਦੀ ਸਰਕਾਰ ਦੀ ਸੀ, ਔਰ ਇਹ ਐਕਸਪੋਜ਼ ਹੋ ਗਈ ਆ। ਆਉਣ ਵਾਲੇ ਟਾਈਮ 'ਚ ਵੀ ਇਹਨੂੰ ਲੋਕਾਂ ਨੂੰ, ਇਹ ਵੀ ਮੈਂ ਤੁਹਾਨੂੰ ਦੱਸਾਂ, ਇਹਨਾਂ ਦੇ ਉਲਟ ਪੈਣੀ ਆ। ਔਰ ਲੋਕਾਂ ਦੀ ਹਮਦਰਦੀ ਕਿਸਾਨਾਂ ਨੂੰ ਜਿਸ ਤਰ੍ਹਾਂ ਦਾ ਬਣੀ ਹੋਈ ਹੈ, ਅੱਗੇ ਆਉਣ ਵਾਲੇ ਟਾਈਮ 'ਚ ਹੋਰ ਪਤਾ ਇਹ 'ਚ ਵਾਧਾ ਹੋਣਾ, ਇਜ਼ਾਫਾ ਹੋਣਾ। ਜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ।
ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਪ੍ਰੋਫੈਸਰ ਮਨਜੀਤ ਸਿੰਘ, ਹਰਜੀਤ ਭੁੱਲਰ, ਮਾਲਵਿੰਦਰ ਕੰਗ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹਾਂ। ਗਣਤੰਤਰ ਦਿਵਸ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਜਿਹੜੇ ਉੱਭਰਿਆ ਸਵਾਲ, ਇੱਕ ਬਹੁਤ ਵੱਡਾ ਸਵਾਲ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਖੜਾ ਕੀਤਾ ਜਾ ਰਿਹਾ ਹੈ ਕਿ ਕੀ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਦੇ ਲਈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਹੈ। ਇਹਦੇ ਬਾਰੇ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ, ਪਰ ਆਖਰ ਜਿਹੜਾ ਕਿ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਹੈ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਫਿਰ ਇੱਕ ਵਾਰ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਹਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।